नमस्कार आदाब सत श्री अकाल हमदर्द टीवी देखने वाले सारे दर्शकों का स्वागत है प्रोग्राम ओपन हाउस विद टीम अरोड़ा दे नाल मैं हां तरनजीत कौर घुम्मण हाज़र जी लैके तुहाडा अपना प्रोग्राम जिहदे विच असीं गलबात करांगे टोरंटो खास तौर ते जीटीए दी रियल एस्टेट दे बारे विच। सो जदों गलबात करदे हां असीं जीटीए रियल एस्टेट दे बारे विच किधर नूं इस वक्त घरां दीयां कीमतां जा रहीआं ने 2023 स्प्रिंग आ चुकिया अजिहे दे विच किधर नूं जाणगीआं घरां दीयां कीमतां जिहड़ी इस वक्त असीं गल कर रहे हैं कि मार्केट दे विच लिस्टिंग दी शॉर्टेज चल रही है कि आउण वाले समय विच इह शॉर्टेज नूं जिहड़ा थोड़ा जिहा ठीक कीता जा सकदा या नहीं कीता जा सकदा। जेकर तुसीं 2023 विच घर लैण दे बारे विच सोच रहे हो तां कैनेडा विच तुसीं कित्थे तुहानूं बेस्ट ऑप्शन मिल सकदे आ ਉਹਦੇ बारे भी तुहानूं जानकारी देवांगे। सो साडे नाल जुड़ चुके ने जी कुछ मुद्दਿਆਂ उत्ते गलबात करन लई टीम अरोड़ा तो शमशेर ढिल्लों जी बहुत बहुत स्वागत है सर। तरनजीत ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਸਰ? ਬਹੁਤ ਵਧੀਆ ਜੀ, ਤੁਸੀਂ ਸੁਣਾਓ? ਬਹੁਤ ਵਧੀਆ ਸਰ। ਅਕਸਰ ਪ੍ਰੋਗਰਾਮ ਦੀ ਅਸੀਂ ਸ਼ੁਰੂਆਤ ਕਰਦੇ ਹਾਂ ਕਿ ਮਾਰਕੀਟ ਦਾ ਕੀ ਹਾਲ ਚਾਲ ਹੈ, ਪਰ ਜਿਵੇਂ ਪਤਾ ਲੱਗਿਆ ਕਿ ਸਰ ਕੁਝ ਲਿਖਦੇ ਵੀ ਨੇ ਤੇ ਸਰ ਦਾ ਕੁਝ ਇਹਦੇ ਵਿੱਚ ਸ਼ੌਂਕ ਵੀ ਹੈਗਾ ਕਿ ਉਹਨਾਂ ਥੋੜੀ ਸ਼ਾਇਰਾਨਾ ਤਰੀਕੇ ਦੇ ਨਾਲ ਅੱਜ ਪ੍ਰੋਗਰਾਮ ਦੀ ਆਗਾਜ਼ ਕੀਤਾ ਜਾਵੇ। ਜ਼ਰੂਰ ਜੀ। ਮੈਂ ਇੱਕ ਕਵਿਤਾ ਲਿਖੀ ਸੀ ਕਿ ਤੂੰ ਹੈ ਤੂੰ ਹੈ ਮੇਰੀਆਂ ਅੱਖਾਂ ਦੀ ਪਿਆਸ ਵਿੱਚ ਤੂੰ ਹੈ ਮੇਰੀਆਂ ਅੱਖਾਂ ਦੀ ਪਿਆਸ ਵਿੱਚ ਤੂੰ ਹੈ ਤੈਨੂੰ ਸਿਰਫ ਲੱਗਦਾ ਹੈ ਤੇ ਮੈਨੂੰ ਯਕੀਨ ਹੈ। ਕੀ ਬਾਤ। ਤੈਨੂੰ ਸਿਰਫ ਲੱਗਦਾ ਹੈ ਤੇ ਮੈਨੂੰ ਯਕੀਨ ਹੈ ਕਿ ਮੇਰੀ ਹਰ ਅਰਦਾਸ ਵਿੱਚ ਤੂੰ ਹੈ। ਮੇਰੇ ਦਿਲ ਦੇ ਖਾਲੀ ਕੈਨਵਸ ਤੇ ਜਦੋਂ ਬੇਤਰਤੀਬ ਲੀਕਾਂ ਵਾਹੁੰਦਾ ਹਾਂ ਮੇਰੇ ਦਿਲ ਦੇ ਖਾਲੀ ਕੈਨਵਸ ਤੇ ਜਦੋਂ ਬੇਤਰਤੀਬ ਲੀਕਾਂ ਵਾਹੁੰਦਾ ਹਾਂ ਜਿਹੜਾ ਉੱਭਰੇ ਉਸ ਆਕਾਰ ਵਿੱਚ ਤੂੰ ਹੈ। ਡਰ ਕੇ ਸਹਿਮ ਕੇ ਇੱਕ ਬੱਚੇ ਵਾਂਗੂ ਗੁੱਠੇ ਲੱਗ ਬੈਠ ਗਿਆ ਵਜੂਦ ਮੇਰਾ। ਕੀ ਬਾਤ। ਡਰ ਕੇ ਸਹਿਮ ਕੇ ਇੱਕ ਬੱਚੇ ਵਾਂਗੂ ਗੁੱਠੇ ਲੱਗ ਬੈਠ ਗਿਆ ਵਜੂਦ ਮੇਰਾ ਪਤਾ ਲੱਗਾ ਉਸ ਦੇ ਵਿਸਥਾਰ ਵਿੱਚ ਤੂੰ ਹੈ। ਜੀਵਨ ਦੇ ਮਾਰੂ ਥਲ ਵਿੱਚ ਭਟਕਣ ਮੇਰੀ ਰਾਹਾਂ ਕੰਢੇ ਉੱਗੇ ਥੋਰ ਦੇ ਵਰਗੀ ਜਾਪੇ। ਜੀਵਨ ਦੇ ਮਾਰੂ ਥਲ ਵਿੱਚ ਭਟਕਣ ਮੇਰੀ ਰਾਹਾਂ ਕੰਢੇ ਉੱਗੇ ਥੋਰ ਦੇ ਵਰਗੀ ਜਾਪੇ। ਉਸ ਦੇ ਫੁੱਲਾਂ ਵਿੱਚ ਉਸ ਦੇ ਖਾਰ ਵਿੱਚ ਤੂੰ ਹੈ ਉਸ ਦੇ ਫੁੱਲਾਂ ਵਿੱਚ ਉਸ ਦੇ ਖਾਰ ਵਿੱਚ ਤੂੰ ਹੈ। ਮਾਨ ਸਰੋਵਰ ਵਿੱਚ ਮੋਤੀ ਚੁਗਣ ਵਾਲਿਆ ਮਾਨ ਸਰੋਵਰ ਵਿੱਚ ਮਾਨ ਸਰੋਵਰ ਵਿੱਚੋਂ ਮੋਤੀ ਚੁਗਣ ਵਾਲਿਆ ਤੇਜ਼ ਹਵਾਵਾਂ ਸੰਗ ਤੇਜ਼ ਉੱਡਣ ਵਾਲਿਆਂ ਤੈਨੂੰ ਕੀ ਪਤਾ ਢਿੱਲੋਂ ਦੀ ਨਿਵਾਨ ਦੇ ਵਿੱਚ ਤੂੰ ਹੈ। ਕੀ ਬਾਤ ਹੈ। ਢਿੱਲੋਂ ਦੀ ਨਿਵਾਨ ਦੇ ਵਿੱਚ ਤੂੰ ਕੀ ਬਾਤ ਹੈ ਸਰ। ਬਹੁਤ ਖੂਬ ਸਰ ਬਹੁਤ ਵਧੀਆ। ਕਹਿੰਦੇ ਰੀਅਲ ਸਟੇਟ ਮਾਰਕੀਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਰੀਅਲ ਸਟੇਟ ਇੰਨਾ ਬਿਜ਼ੀ ਇਸ ਵਕਤ ਹੈਗਾ ਆ ਤੇ ਅਜਿਹੇ ਦੇ ਵਿੱਚ ਤੁਹਾਨੂੰ ਸਮਾਂ ਕਿਵੇਂ ਮਿਲ ਜਾਂਦਾ ਹੈ ਲਿਖਣ ਦਾ? ਦੇਖੋ ਜੀ ਇੱਕ ਹੁੰਦਾ ਪ੍ਰੋਫੈਸ਼ਨ ਤੇ ਇੱਕ ਹੁੰਦਾ ਪੈਸ਼ਨ। ਮੇਰਾ ਰੀਅਲ ਸਟੇਟ ਜਿਹੜਾ ਜੀ ਉਹ ਪ੍ਰੋਫੈਸ਼ਨ ਹੈ। ਇਹਨੂੰ ਮੈਂ ਕਰਦਾ ਪੈਸ਼ਨ ਦੇ ਨਾਲ ਹੀ ਆ ਵੈਸੇ, ਪਰ ਜਦੋਂ ਜਿਹੜਾ ਹਰ ਇੱਕ ਇਨਸਾਨ ਦੇ ਦੋ ਰੂਪ ਹੁੰਦੇ ਜਾਂ ਕਈ ਉਸ ਤੋਂ ਵੱਧ ਵੀ ਹੁੰਦੇ ਜੀ। ਸੋ ਇਹ ਮੇਰਾ ਦੂਸਰਾ ਰੂਪ ਹੈ। ਕਹਿ ਲਓ ਕਿ ਜਦੋਂ ਕੁਛ ਮਨ ਨੂੰ ਸ਼ਾਂਤੀ ਦੇਣੀ ਹੋਵੇ ਆਪਣੇ ਆਪ ਨੂੰ ਦੇਖਣਾ ਹੋਵੇ ਤੇ ਕਦੇ ਕਦੇ ਫਿਰ ਇਹ ਕੰਮ ਵੀ ਕਰ ਲਈਦਾ। ਕਹਿੰਦੇ ਪੈਸ਼ਨ ਨੂੰ ਕਦੇ ਮਾਰੀਦਾ ਨਹੀਂ ਹੁੰਦਾ, ਜੇ ਦਿਲ ਕਰਦਾ ਨਾ ਉਹ ਚੀਜ਼ ਕਰ ਲੈਣੀ ਚਾਹੀਦੀ ਹੈ। ਬਿਲਕੁਲ ਜੀ, ਮੈਂ ਤਾਂ ਇਸ 100% ਇਸ ਹੱਕ ਦੇ ਵਿੱਚ ਆ ਕਿ ਵਿਦਨ ਲਿਮਿਟਸ ਜੋ ਤੁਹਾਡਾ ਜੀ ਕਰਦਾ ਉਹਨੂੰ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਜ਼ਿੰਦਗੀ ਸਿਰਫ ਇੱਕੋ ਹੀ ਹੈ। ਕਹਿੰਦੇ ਵੀ ਜਿਹੜੇ ਨਰਕ ਸਵਰਗ ਉਹ ਕਿੰਨੇ ਦੇਖਿਆ ਆ, ਉਹ ਇੱਥੇ ਹੀ ਹੈ ਜੀ। ਤੇ ਜਿਹੜੀ ਸਾਡੀ ਜ਼ਿੰਦਗੀ ਹੈ ਨਾ ਜੀ ਇਹ ਇੱਕ ਸਫ਼ਰ ਆ ਸਿਰਫ, ਇਹਦੇ ਚ ਮੰਜ਼ਿਲ ਕੋਈ ਨਹੀਂ ਗੀ ਹੈਗੀ। ਸੋ ਅਸੀਂ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਜੇ ਉਹਨੂੰ ਜਿੰਨਾ ਇੰਜੋਏ ਕਰ ਲਾਂਗੇ ਉਹੀ ਲਾਹੇ ਵਾਲਾ। ਬਿਲਕੁਲ ਜੀ। ਤੇ ਆਪਾਂ ਅੱਜ ਟੌਪਿਕ ਦੇ ਉੱਤੇ ਆਉਂਦੇ ਹਾਂ ਰੀਅਲ ਸਟੇਟ ਦੀ। ਜਦੋਂ ਗੱਲ ਕਰਦੇ ਹਾਂ ਕਹਿੰਦੇ ਟੋਰਾਂਟੋ ਦੇ ਵਿੱਚ 7 ਮੰਜ਼ਿਲਾ ਜਿਹੜੀ ਬਿਲਡਿੰਗਸ ਬਣਨੀਆਂ ਸ਼ੁਰੂ ਹੋ ਚੁੱਕੀਆਂ ਨੇ, ਕਾਫੀ ਵੱਡੀਆਂ ਲੰਬੀਆਂ ਬਿਲਡਿੰਗਸ ਬਣਨੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ 7 ਹੀ ਜਿਹੀਆਂ ਬਿਲਡਿੰਗਸ ਬਣ ਰਹੀਆਂ ਨੇ। ਸੋ ਕੀ ਇਹ ਰੈਜ਼ੀਡੈਂਸ਼ੀਅਲ ਬਿਲਡਿੰਗਸ ਬਣਨਗੀਆਂ ਜਾਂ ਇਹ ਪ੍ਰਪੋਜ਼ਲ ਕੀ ਹੈ? ਦੇਖੋ ਜੀ ਇਹਦੇ ਵਿੱਚ ਪ੍ਰਪੋਜ਼ਲ ਇਹ ਆਇਆ ਕਿ ਕੈਨੇਡਾ ਦੀਆਂ ਸਭ ਤੋਂ ਟਾਲੈਸਟ ਬਿਲਡਿੰਗਸ ਇੱਥੇ ਆਪਾਂ ਇੱਕ ਗੱਲ ਕਲੀਅਰ ਕਰ ਦਈਏ ਕਿ ਜਿਹੜਾ CN ਟਾਵਰ ਆ ਉਹ ਬਿਲਡਿੰਗ ਨਹੀਂ ਹੈ। ਓਕੇ। ਉਹ ਸਿਰਫ ਇੱਕ ਟਾਵਰ ਹੈ, ਉਹ ਮੋਨੂਮੈਂਟ ਹੈ।
ਬਿਲਡਿੰਗ ਉਹ ਹੈ ਜਿਹਦੇ ਚ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਐਕਟੀਵਿਟੀ। ਸੋ ਇਹ ਪ੍ਰਪੋਜ਼ਲ ਆਇਆ ਜੀ ਬਿਲਡਰਸ ਜਿਹੜੀ ਕਹਿ ਲਓ ਕਿ ਇਹਦੇ ਚ ਇੱਕ ਗੱਲ ਹੋਰ ਵੀ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਸਾਡੀ ਈਗੋ ਜਿਹੜੀ ਹੈ ਨਾ ਕਿ ਫਲਾਣੇ ਬਿਲਡਰ ਨੇ ਜਿਹੜੀ ਆ ਉਹ ਇੰਨੀ ਵੱਡੀ ਬਿਲਡਿੰਗ ਬਣਾਈ, ਫਲਾਣੇ ਬਿਲਡਰ ਨੇ ਐਡੀ ਵੱਡੀ ਬਿਲਡਿੰਗ ਬਣਾਈ। ਸੋ ਇਹ ਮਿਕਸਡ ਯੂਜ਼ ਹੋਏਗਾ, ਜਿਵੇਂ ਕਿ ਅੱਜ ਕੱਲ ਕਨਸੈਪਟ ਹੈਗਾ ਕਿ ਸਪੇਸ ਨੂੰ ਮੈਕਸਿਮਾਈਜ਼ ਕਰਨ ਦਾ, ਸਪੇਸ ਨੂੰ ਉਹਦੀ ਵੱਧ ਵੱਖ-ਵੱਖ ਜਿਹੜੀਆਂ ਨੇ ਉਹਦੇ ਤੋਂ ਯੂਜ਼ ਲਏ ਜਾ ਸਕਣ, ਉਹਦੇ ਤੋਂ ਫਾਇਦਾ ਪ੍ਰਾਪਤ ਕੀਤਾ ਜਾ ਸਕੇ। ਸੋ ਇਹ ਜਿਹੜਾ ਟੋਰਾਂਟੋ ਦਾ ਵਾਟਰਫਰੰਟ ਹੈ ਉਹ ਤਕਰੀਬਨ ਸਾਰਾ ਹੀ ਚੇਂਜ ਹੋ ਰਿਹਾ। ਜਿਹੜੀਆਂ ਪੁਰਾਣੀਆਂ ਬਿਲਡਿੰਗਸ ਨੇ ਉਹਨਾਂ ਦੇ ਉੱਤੇ ਵੀ ਇਹ ਤਜਵੀਜ਼ ਆਈ ਹੈ ਕਿ ਉੱਥੇ ਉਹਨਾਂ ਨੂੰ ਵਿੱਚ ਇਨਕਾਰਪੋਰੇਟ ਕਰਕੇ ਤੇ ਉੱਥੇ ਜਿਹੜੀਆਂ ਨੇ ਵੱਡੀਆਂ ਵੱਡੀਆਂ ਬਿਲਡਿੰਗਸ ਬਣਾ ਦਿੱਤੀਆਂ ਜਾਣ, ਤਾਂ ਕਿ ਜਿਹੜਾ ਵਾਟਰਫਰੰਟ ਸਾਨੂੰ ਹੁਣ ਕਹਿ ਲਓ ਕਿ ਧੁੰਦਲਾ ਜਿਹਾ ਗੰਦਲਾ ਜਿਹਾ ਦਿਸਦਾ, ਉਹਨੂੰ ਇੰਪਰੂਵ ਕੀਤਾ ਜਾ ਸਕੇ ਤੇ ਡੈਫੀਨਿਟਲੀ ਉਹਦੇ ਨਾਲ ਇਕਨੋਮੀ ਦੇ ਵਿੱਚ ਵੀ ਜਿਹੜਾ ਹੈ ਨਾ ਉਛਾਲ ਆਏਗਾ। ਉਹੀ ਹੈ ਕਿ ਕਹਿੰਦੇ ਹੁਣ ਸਮੇਂ ਦੀ ਡਿਮਾਂਡ ਆ ਕਿ ਘਰ ਐਦਾਂ ਨਹੀਂ, ਘਰ ਹੁਣ ਐਦਾਂ ਬਣਨੇ ਸ਼ੁਰੂ ਹੋ ਜਾਣ। ਸੋ ਜਿਵੇਂ ਆਪਾਂ ਗੱਲਬਾਤ ਕਰ ਰਹੇ ਸੀ ਘਰਾਂ ਦੇ ਬਾਰੇ ਵਿੱਚ, ਕਹਿੰਦੇ ਕਿ 2023 ਚ ਜਿਹੜੇ ਘਰ ਖਰੀਦਣਾ ਚਾਹੁੰਦੇ ਨੇ, ਇਹ ਨਹੀਂ ਪਤਾ ਲੱਗ ਰਿਹਾ ਕਿ ਕਿਹੜਾ ਬੈਸਟ ਆਪਸ਼ਨ ਹੋ ਸਕਦਾ, ਕਿਵੇਂ ਅਸੀਂ ਘਰ ਖਰੀਦੀਏ, ਕਿੱਥੇ ਘਰ ਖਰੀਦੀਏ। ਬਿਲਕੁਲ ਜੀ, ਵੈਸੇ ਤਾਂ ਦੇਖੋ ਇਹ ਸਾਡੀ ਮਜਬੂਰੀ ਹੈ ਕਿ ਜਿੱਥੇ ਰੋਜ਼ਗਾਰ ਦੇ ਮੌਕੇ ਜ਼ਿਆਦਾ ਹੋਣਗੇ, ਜਿੱਥੇ ਸੁੱਖ ਸਹੂਲਤਾਂ ਜ਼ਿਆਦਾ ਹੋਣਗੀਆਂ, ਸਾਰੇ ਲੋਕ ਉੱਥੇ ਹੀ ਰਹਿਣਾ ਪਸੰਦ ਕਰਦੇ ਨੇ। ਪਰ ਸਾਰਿਆਂ ਲਈ ਉੱਥੇ ਰਹਿਣਾ ਪੋਸੀਬਲ ਵੀ ਨਹੀਂ ਹੈ, ਸੰਭਵ ਵੀ ਨਹੀਂ ਹੈ। ਸੋ ਮੈਂ ਇੱਕ ਅੱਜ ਜਦੋਂ ਮੈਂ ਦੇਖ ਰਿਹਾ ਸੀ, ਥੋੜੀ ਜਿਹੀ ਤਿਆਰੀ ਕਰ ਰਿਹਾ ਸੀ ਪ੍ਰੋਗਰਾਮ ਦੀ, ਤੇ ਮੈਂ ਇੱਕ ਲਿਸਟ ਮੈਨੂੰ ਮਿਲੀ ਕਿ ਉਹਦੇ ਚ ਕੈਨੇਡਾ ਦੇ 45 ਏਰੀਆਜ਼ ਉਹਨਾਂ ਨੇ ਆਇਡੈਂਟੀਫਾਈ ਕੀਤੇ ਆ। ਜਿਹੜੀ ਕੈਨੇਡਾ ਦੀ ਨੈਸ਼ਨਲ ਹੋਮ ਐਵਰੇਜ ਪ੍ਰਾਈਸ ਹੈ ਜੀ, ਉਹ ਤਕਰੀਬਨ 7,90,92,000 ਦੇ ਕਰੀਬ ਹੈਗੀ ਹੈ। ਸੋ ਉਹਨੂੰ ਕੰਪੇਅਰ ਕੀਤਾ ਗਿਆ ਆ ਕਿ ਕਿਹੜੇ ਸਿਟੀ ਦੇ ਵਿੱਚ ਐਵਰੇਜ ਪ੍ਰਾਈਸ ਨਾਲੋਂ ਘੱਟ ਜਾਂ ਵੱਧ ਤੁਸੀਂ ਪੇ ਕਰ ਰਹੇ ਹੋ। ਤੇ ਇਹ 45 ਜਿਵੇਂ ਮੈਂ ਕਿਹਾ ਕਿ ਸਿਟੀਜ਼ ਜਾਂ ਏਰੀਆਜ਼ ਹੈਗੇ ਨੇ ਜਿਹੜੇ ਉਹਨਾਂ ਨੇ ਇਸ ਲਿਸਟ ਦੇ ਵਿੱਚ ਆਇਡੈਂਟੀਫਾਈ ਕੀਤੇ ਨੇ। ਤੇ ਇਹਦੇ ਚ ਸਭ ਤੋਂ ਜਿਹੜਾ ਟੌਪ ਤੇ ਹੈ ਉਹ ਗ੍ਰੇਟਰ ਮੌਂਕਟਨ ਏਰੀਆ, ਜਿਹੜਾ ਕਿ ਨਿਊ ਬ੍ਰੰਸਵਿਕ ਦੇ ਵਿੱਚ ਹੈਗਾ ਹੈ। ਉੱਥੇ ਆਪਣੀ ਐਵਰੇਜ ਪ੍ਰਾਈਸ ਨਾਲੋਂ 4,72,000 ਥੱਲੇ ਤੁਹਾਨੂੰ ਘਰ ਤਕਰੀਬਨ 3,20,000 ਦੀ ਰੇਂਜ ਦੇ ਵਿੱਚ ਤੁਹਾਨੂੰ ਉੱਥੇ ਘਰ ਮਿਲ ਜਾਂਦਾ ਆ। ਔਰ ਇਸ ਤਰ੍ਹਾਂ ਇਹ ਸਾਰੀ ਜਿਹੜੀ ਲਿਸਟ ਹੈ ਜੀ ਉਹ ਜਾਂਦੀ ਹੈ। ਆਪਾਂ ਨੂੰ ਕਿਉਂਕਿ ਉਤਸੁਕਤਾ ਇਹ ਹੋਏਗੀ ਕਿ ਸਾਡਾ ਜਿਹੜਾ ਗ੍ਰੇਟਰ ਟੋਰਾਂਟੋ ਏਰੀਆ ਆ ਜਾਂ ਮਿਸਿਸਾਗਾ ਬਰੈਂਪਟਨ ਏਰੀਆ ਆ ਉਹ ਲਿਸਟ ਤੇ ਕਿੱਥੇ ਆਉਂਦਾ, ਤੇ ਇੱਥੋਂ ਜਿਹੜਾ ਹੈ ਉਹ ਸਾਨੂੰ ਪਤਾ ਲੱਗ ਜਾਏਗਾ ਕਿ ਅਸੀਂ ਕਿੰਨਾ ਕੁ ਪ੍ਰੀਮੀਅਮ ਪੇ ਕਰ ਰਹੇ ਆ ਇਸ ਏਰੀਆ ਦੇ ਵਿੱਚ ਰਹਿਣ ਦਾ। ਸੋ ਜੇ ਆਪਾਂ ਗ੍ਰੇਟਰ ਟੋਰਾਂਟੋ ਏਰੀਆ ਦੀ ਪੂਰੇ ਦੀ ਗੱਲ ਕਰੀਏ ਜੀ, ਇਹ 45 ਜਿਹੜੀਆਂ ਲੋਕੇਸ਼ਨਸ ਨੇ ਉਹਨਾਂ ਚੋਂ ਇਹ 42ਵੇਂ ਨੰਬਰ ਤੇ ਆਉਂਦਾ ਜੀ। ਔਰ ਹੋਰ ਉਸ ਤੋਂ ਸਰਪ੍ਰਾਈਜ਼ ਦੀ ਗੱਲ ਜਿਹੜੀ ਹੈ, ਜਿਹੜਾ ਸਾਡਾ ਮਿਸਿਸਾਗਾ ਬਰੈਂਪਟਨ ਏਰੀਆ ਜੀ, ਉਹ ਇਸ ਤੋਂ ਇੱਕ ਪੋਜੀਸ਼ਨ ਅੱਗੇ 43ਵੇਂ ਨੰਬਰ ਤੇ ਆਉਂਦਾ। ਤੇ ਸਭ ਤੋਂ ਮਹਿੰਗਾ ਜਿਹੜਾ ਹੈਗਾ ਜੀ ਉਹ ਹੈਗਾ ਓਕਵਿਲ ਤੇ ਮਿਲਟਨ ਏਰੀਆ ਸਾਡੇ। ਸੋ ਜ਼ਿਆਦਾਤਰ ਜਿਹੜੇ ਏਰੀਏ ਨੇ ਇਹਦੇ ਵਿੱਚ ਉਹ ਓਨਟਾਰੀਓ ਆਪਣੇ ਸਾਊਥ ਈਸਟਰਨ ਓਨਟਾਰੀਓ ਦੇ ਹੈਗੇ ਆ। ਸੋ ਇਸ ਲਿਸਟ ਤੋਂ ਸਾਨੂੰ ਇਹ ਪਤਾ ਲੱਗਦਾ ਆ ਕਿ ਇਹ ਜਿਹੜੀਆਂ ਇੱਥੇ ਅਸੀਂ ਸੁੱਖ ਸਹੂਲਤਾਂ ਮਾਣ ਰਹੇ ਹਾਂ, ਜਿਹੜੇ ਸਾਰਾ ਸੈਟਅਪ ਇੱਥੇ ਹੈਗਾ ਆ, ਇੰਪਲੋਇਮੈਂਟ ਦੇ ਜ਼ਿਆਦਾ ਇੱਥੇ ਸੋਮੇ ਹੈਗੇ ਨੇ। ਸੋ ਉਹਦੀ ਕੀ ਅਸੀਂ ਪ੍ਰਾਈਸ ਪੇ ਕਰ ਰਹੇ ਹਾਂ। ਅਸੀਂ ਜੇ ਆਪਣੇ ਬਰੈਂਪਟਨ ਮਿਸਿਸਾਗਾ ਏਰੀਆ ਦੀ ਗੱਲ ਕਰੀਏ ਤਾਂ ਐਵਰੇਜ ਪ੍ਰਾਈਸ ਜਿਹੜੀ ਇੱਥੇ ਹੈ ਉਹ ਤਕਰੀਬਨ 1.2 ਦੇ ਨੇੜੇ ਹੈ ਜੀ। 1.2 ਦੇ ਨੇੜੇ, ਜਿਹੜੇ ਕਿ ਨੈਸ਼ਨਲ ਹੋਮ ਐਵਰੇਜ ਤੋਂ ਆਲਮੋਸਟ 3,92,000 ਉੱਪਰ ਹੈ ਜੀ। ਸੋ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਜਿਹੜੀ ਲਿਸਟ ਹੈ ਇਹਦੇ ਮੁਤਾਬਕ ਜ਼ਾਹਿਰ ਹੈ ਕਿ ਜੇ ਆਪਾਂ ਨਿਊ ਬ੍ਰੰਸਵਿਕ ਚ ਜਾਵਾਂਗੇ ਉੱਥੇ
ਉਹਨੇ ਰੋਜ਼ਗਾਰ ਦੇ ਮੌਕੇ ਵੀ ਘੱਟ ਹੈਗੇ ਆ, ਸੁੱਖ ਸਹੂਲਤਾਂ ਵੀ ਉੱਥੇ ਘੱਟ ਹੈਗੀਆਂ। ਸੋ ਇਹ ਜਿਹੜੀ ਪ੍ਰਾਈਸ ਆਪਾਂ ਪੇ ਕਰਦੇ ਆ, ਇਹ ਸਿਰਫ ਇੱਕ ਘਰ ਦੀ ਨਹੀਂ, ਇਹ ਓਵਰਆਲ ਪੈਕੇਜ ਦੀ ਪ੍ਰਾਈਸ ਆਪਾਂ ਪੇ ਕਰਦੇ ਹਾਂ। ਜੀ ਸਰ, ਜਿਵੇਂ ਤੁਸੀਂ ਹੁਣੀ ਗੱਲ ਕੀਤੀ ਹੈ, ਕਈ ਵਾਰੀ ਐਦਾਂ ਵੀ ਹੈ ਕਿ ਥੋੜਾ ਜਿਹਾ ਸਰਕਾਰ ਜਿਹੜੇ ਰਿਮੋਟ ਏਰੀਆਜ਼ ਨੇ ਉਹਨਾਂ ਦੇ ਵੱਲ ਥੋੜਾ ਜਿਹਾ ਧਿਆਨ ਦੇਣਾ ਸ਼ੁਰੂ ਕਰੇ। ਮੈਨੂੰ ਯਾਦ ਆ ਕਿ ਕਿਸੇ ਸਮੇਂ ਐਡੀਲੇਡ ਦੇ ਵਿੱਚ, ਆਸਟ੍ਰੇਲੀਆ ਦੇ ਐਡੀਲੇਡ ਦੇ ਵਿੱਚ ਸਰਕਾਰ ਨੇ ਸ਼ੁਰੂ ਕੀਤਾ ਸੀ ਕਿ ਉੱਥੇ ਜਦੋਂ ਵਸੋਂ ਘੱਟ ਸੀਗੀ ਕਿ ਉੱਥੇ ਪੀਆਰ ਵੀ ਸੌਖੀ ਕੀਤੀ ਗਈ ਤੇ ਨਾਲੇ ਘੱਟੋ ਘੱਟ ਤੁਹਾਨੂੰ ਉੱਥੇ 5 ਸਾਲ ਰਹਿਣਾ ਪੈਣਾ ਸੀ। ਸੋ ਇਹ ਕਿ ਜੇਕਰ ਕੋਈ ਵਿਅਕਤੀ ਕਿਸੇ ਜਗ੍ਹਾ ਦੇ ਉੱਤੇ 5 ਸਾਲ ਘੱਟੋ ਘੱਟ ਕੱਟਦਾ ਹੈ ਤਾਂ ਉਸ ਤੋਂ ਬਾਅਦ ਉਹਦਾ ਕਿਤੇ ਹੋਰ ਮੂਵ ਹੋਣ ਦੇ ਚਾਂਸਸ ਬਹੁਤ ਘੱਟ ਜਾਂਦੇ ਆ। ਇਹ ਬਿਲਕੁਲ ਇਹ ਵੱਖ-ਵੱਖ ਪ੍ਰੋਵਿੰਸਸ ਨੇ ਪ੍ਰੋਗਰਾਮ ਸ਼ੁਰੂ ਕੀਤੇ ਸੀ, ਪੀਐਨਪੀ ਜਿਹੜੇ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮਸ ਉਹਨਾਂ ਨੇ ਸ਼ੁਰੂ ਕੀਤੇ ਸੀਗੇ, ਔਰ ਇਹ ਹਜੇ ਵੀ ਐਗਜ਼ਿਸਟਿੰਗ ਦੇ ਵਿੱਚ ਹੈਗੇ ਆ। ਜਿਵੇਂ ਆਪਣਾ ਨੋਵਾ ਸਕੋਸ਼ੀਆ ਦੇ ਵਿੱਚ ਜਾਂ ਜਿਹੜਾ ਆਪਣਾ ਕਹਿ ਲਓ ਜਿਹੜਾ ਸਸਕੈਚੁਅਨ ਹੋ ਗਿਆ, ਅਲੱਗ-ਅਲੱਗ ਪ੍ਰੋਵਿੰਸਸ ਹੋ ਗਏ ਏਰੀਆ ਦੇ ਵਿੱਚ, ਉੱਥੇ ਇਹ ਪ੍ਰੋਗਰਾਮ ਜਿਹੜੇ ਆ ਉਹ ਸ਼ੁਰੂ ਹੋਏ ਸੀਗੇ ਔਰ ਹਜੇ ਵੀ ਕਈ ਥਾਵਾਂ ਤੇ ਚੱਲ ਰਹੇ ਆ। ਤਾਂ ਡੈਫੀਨਿਟਲੀ ਉਹਦੇ ਨਾਲ ਐਜ ਤਾਂ ਮਿਲਦਾ ਹੀ ਆ, ਉੱਥੋਂ ਦੀ ਲੋਕਲ ਜਿਹੜੀ ਇਕਨੋਮੀ ਆ ਉਹਨੂੰ ਵੀ ਬੂਸਟ ਮਿਲਦਾ, ਕਿਉਂਕਿ ਜੇ ਕੋਈ ਐਂਟਰਪ੍ਰੈਨਰ ਉੱਥੇ ਜਾ ਕੇ ਆਪਣਾ ਬਿਜ਼ਨਸ ਸੈੱਟ ਕਰਦਾ, ਕੋਈ ਬਿਜ਼ਨਸਮੈਨ ਉੱਥੇ ਆਪਣਾ ਬਿਜ਼ਨਸ ਸੈੱਟ ਕਰਦਾ, ਰੋਜ਼ਗਾਰ ਦੇ ਮੌਕੇ ਪੈਦਾ ਕਰਦਾ ਹੈ, ਤਾਂ ਉਹ ਲੋਕਲ ਇਕਨੋਮੀ ਨੂੰ ਵੀ ਫਾਇਦਾ ਹੁੰਦਾ ਉਹਦਾ। ਜਿਵੇਂ ਹੁਣ ਆਪਾਂ ਗੱਲ ਕੀਤੀ ਹੈ, ਬਹੁਤ ਸਾਰੇ ਵਿੱਚ ਦੀ ਰਿਵਾਜ ਆਇਆ ਸੀ ਕਿ ਸਾਡੀ ਕਮਿਊਨਿਟੀ ਦੇ ਵਿੱਚੋਂ ਬਹੁਤ ਸਾਰੇ ਲੋਕ ਐਲਬਰਟਾ ਜਾਂ ਮੈਨੀਟੋਬਾ ਵਾਲੀ ਸਾਈਡ ਸ਼ਿਫਟ ਹੋਣ ਲੱਗ ਗਏ ਸੀ, ਪਰ ਉੱਥੇ ਐਜ਼ ਯੂਜੂਅਲ ਕਿ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਜੌਬ ਅਪਰਚੁਨਿਟੀਜ਼ ਇੰਨੀਆਂ ਨਹੀਂ ਹੈਗੀਆਂ ਸੀਗੀਆਂ, ਤੇ ਹੁਣ ਇਹ ਸੋਚ ਰਹੇ ਨੇ ਕਿ ਇਦੋਂ ਬੈਟਰ ਅਸੀਂ ਜੇ ਵਾਪਸ ਟੋਰਾਂਟੋ ਚਲ ਜਾਈਏ, ਕਿਉਂਕਿ ਜੌਬ ਦੇ ਆਪਸ਼ਨਸ ਜਿਹੜੇ ਉੱਥੇ ਨਹੀਂ ਮਿਲਦੇ ਹੈਗੇ। ਘਰ ਚਾਹੇ ਸਸਤੇ ਜ਼ਰੂਰ ਅਸੀਂ ਗੱਲ ਕਰ ਸਕਦੇ ਹਾਂ, ਫਿਰ ਦੋਵੇਂ ਪਾਸੇ ਜਿਹੜਾ ਮਾਈਂਡਸੈਟ ਬਣਾਉਣਾ ਬਹੁਤ ਮੁਸ਼ਕਿਲ ਹੁੰਦਾ ਆ। ਦੇਖੋ ਜੀ, ਇੱਕ ਵਾਰੀ ਜਿਹੜਾ ਬੰਦਾ GTA ਦੇ ਵਿੱਚ ਰਹਿ ਗਿਆ, ਇੱਥੇ ਰਹਿ ਗਿਆ, ਇੱਥੋਂ ਦੀਆਂ ਸੁੱਖ ਸਹੂਲਤਾਂ ਮਾਣ ਗਿਆ, ਉਹਨੂੰ ਕਿਸੇ ਹੋਰ ਪਾਰਟ BC ਨੂੰ, ਜੇ ਵੈਨਕੂਵਰ ਏਰੀਆ ਜਿਹੜਾ ਹੈਗਾ ਉਹਨੂੰ ਛੱਡਦੀ ਆ ਆਪਾਂ, ਤਾਂ ਕੈਨੇਡਾ ਦੇ ਹੋਰ ਕਿਸੇ ਵੀ ਹਿੱਸੇ 'ਚ ਜਿਹੜਾ ਨਾ ਉਹ ਵਸਣਾ ਔਖਾ ਲੱਗੇਗਾ, ਕਿਉਂਕਿ ਇੱਥੇ ਇੰਨਾ ਯੂਜ਼ਡ ਟੂ ਹੋ ਜਾਂਦੇ ਆ। ਛੋਟੇ ਸ਼ਹਿਰਾਂ ਦੇ ਵਿੱਚ ਤੁਹਾਨੂੰ ਗਰੋਸਰੀ ਵੀ ਵੱਡੇ ਸ਼ਹਿਰ ਤੋਂ, ਆਪਣੀ ਇੰਡੀਅਨ ਗਰੋਸਰੀ ਖਾਸ ਕਰਕੇ ਜੇ ਗੱਲ ਕਰੀਏ ਤਾਂ ਦੂਸਰੇ ਵੱਡੇ ਸ਼ਹਿਰਾਂ ਤੋਂ ਲੈ ਕੇ ਆਉਣੀ ਪੈਂਦੀ ਹੈ ਜਾਂ ਬਾਹਰੋਂ ਮੰਗਾਉਣੀ ਪੈਂਦੀ ਹੈ। ਚਲੋ ਅੱਜ ਕੱਲ ਤਾਂ ਹੁਣ ਇਹ ਵੀ ਸੁੱਖ ਸਹੂਲਤ ਹੋ ਗਈ ਹੈ ਕਿ ਤੁਸੀਂ ਆਨਲਾਈਨ ਵੀ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਤੇ ਡਿਲੀਵਰੀ ਤੁਹਾਡੇ ਘਰ ਆ ਜਾਂਦੀ ਹੈ। ਇਹਦੇ ਨਾਲ ਇਹ ਹੈ ਕਿ ਮੇਰੇ ਵੀ, ਕਿਉਂਕਿ ਹੁਣ ਮੈਨੂੰ ਵੀ 30 ਸਾਲ ਇੱਥੇ ਹੋ ਗਏ ਆ, ਮੇਰੇ ਵੀ ਐਕਸਪੀਰੀਅੰਸ ਦੇ ਵਿੱਚ ਜ਼ਿਆਦਾ ਦੇਖਣ ਦੇ ਵਿੱਚ ਇਹੀ ਆਇਆ ਕਿ ਜਿਹੜਾ ਇੱਕ ਵਾਰੀ ਇੱਥੇ ਰਹਿ ਗਿਆ, ਉਹ ਚਾਹੇ 5 ਸਾਲ ਨੂੰ ਚਾਹੇ 7 ਸਾਲ ਨੂੰ, ਜਦੋਂ ਵੀ ਉਹਨਾਂ ਦਾ ਮੌਕਾ ਬਣਦਾ ਉਹ ਵਾਪਸ ਇੱਥੇ ਆ ਹੀ ਜਾਂਦੇ। ਜੀ ਸਰ, ਜਿਵੇਂ ਤੁਸੀਂ ਗੱਲ ਕੀਤੀ ਹੈ ਵਾਪਸੀ ਦੀ, ਹੁਣ ਇੱਥੇ ਔਰ ਜੇ ਗੱਲ ਕੀਤੀ ਜਾਵੇ ਘਰਾਂ ਦੀ ਇਸ ਵਕਤ ਪ੍ਰੋਬਲਮ ਤਾਂ ਆਫ ਕੋਰਸ ਚੱਲ ਰਹੀ ਆ, ਲਿਸਟਿੰਗਸ ਉਸ ਤਰੀਕੇ ਨਾਲ ਨਹੀਂ ਹੈਗੀ। ਕੱਲ ਹੀ ਅਸੀਂ ਟੋਰਾਂਟੋ ਦੇ ਜਿਹੜੇ ਮੇਅਰ ਕੈਂਡੀਡੇਟ ਨੇ ਉਹਨਾਂ ਨਾਲ ਗੱਲ ਕਰਦੇ ਪਏ ਸੀਗੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਹਾਊਸਿੰਗ ਦੇ ਵਿੱਚ ਰੈੱਡ ਟੇਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਕਿ ਘੱਟੋ ਘੱਟ ਜਿਹੜੇ ਜਿਨ੍ਹਾਂ ਨੂੰ ਵੀ ਇਸ ਵਕਤ ਇਜਾਜ਼ਤ ਮਿਲੀ ਹੈ ਘਰ ਬਣਾਉਣ ਦੀ, ਐਟਲੀਸਟ ਉਹ ਪ੍ਰੋਸੈਸ ਥੋੜਾ ਤੇਜ਼ ਹੋ ਸਕੇ। ਅਸੀਂ ਗੱਲ ਤਾਂ ਕਰ ਰਹੇ ਹਾਂ ਗਵਰਨਮੈਂਟ ਦੀ ਕਿ ਗਵਰਨਮੈਂਟ ਕਰੀ ਇੰਨੇ ਘਰ ਬਣਾਉਣੇ ਆ, ਪਰ ਉਹ ਇਹ ਹੈ ਕਿ ਪ੍ਰੋਸੈਸ ਜਿਹੜਾ ਹੈਗਾ ਉਹਨੂੰ ਵੀ ਤਾਂ ਫਾਸਟ ਕਰਨਾ ਪੈਣਾ ਹੈ। ਬਿਲਕੁਲ ਜੀ, ਇਹ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਵੀ ਗੱਲ ਕੀਤੀ ਹੈ ਤਾਂ ਜੀ ਕਿ ਜਿਹੜਾ ਪ੍ਰੋਸੈਸ ਹੈ ਨਾ ਉਹ ਯੂਜ਼ਰ ਫ੍ਰੈਂਡਲੀ ਨਹੀਂ ਹੈਗਾ ਇੰਨਾ, ਉਹਦੇ 'ਚ ਡਿਲੇ ਬਹੁਤ ਜ਼ਿਆਦਾ ਨੇ। ਹਾਲਾਂਕਿ ਗਵਰਨਮੈਂਟ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿਟੀਜ਼ ਨੂੰ ਇਨਸਟਰਕਸ਼ਨਸ ਦਿੱਤੀਆਂ ਜਾਣ, ਪਰ ਦੇਖੋ ਇਹ ਓਵਰਨਾਈਟ ਸਾਰਾ ਕੁਝ ਨਹੀਂ ਹੋ ਸਕਦਾ, ਇਹਦੇ ਲਈ ਟਾਈਮ ਲੱਗੇਗਾ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਅਨਾਉਂਸ ਕਰ ਦੇਣਾ ਕਿ ਅਸੀਂ 1.5 ਮਿਲੀਅਨ ਘਰ ਬਣਾਉਣੇ ਆ, ਉਹ ਇੱਕ ਵੱਖਰੀ ਗੱਲ ਹੈ, ਤੇ ਐਕਚੁਅਲੀ ਜਿਹੜੇ ਐਂਡ ਯੂਜ਼ਰਸ ਨੇ ਉਹਨਾਂ ਦੇ ਹੱਥ ਵਿੱਚ ਚਾਬੀਆਂ ਆਉਣੀਆਂ ਔਰ ਉਹਨਾਂ ਦਾ ਉੱਥੇ ਰਹਿਣਾ, ਉਹ ਇੱਕ ਦੂਸਰੀ ਗੱਲ ਹੈਗੀ ਹੈ। ਸੋ ਅਨਾਉਂਸ ਕਰਨ ਨੂੰ ਤਾਂ ਆਪਾਂ ਜੋ ਮਰਜ਼ੀ ਅਨਾਉਂਸ ਕਰ ਦਈਏ। ਹੁਣ ਉਹ ਮੇਅਰਲ ਕੈਂਡੀਡੇਟ ਨੇ, ਉਹਨਾਂ ਨੇ ਵੀ ਜਿਹੜੇ ਨੇ ਲੋਲੀਪੌਪ ਦੇਣੇ ਨੇ, ਹਰ ਇੱਕ ਪਾਰਟੀ ਨੇ ਵੀ ਦੇਣੇ ਨੇ, ਕਿਉਂਕਿ ਵੋਟ ਬੈਂਕ ਨੂੰ ਅਟਰੈਕਟ ਕਰਨਾ, ਬਟ ਰਿਐਲਿਟੀ ਦੇ ਵਿੱਚ ਆਪਾਂ ਦੇਖੀਏ ਤਾਂ ਟਾਈਮ ਜਿਹੜਾ ਉਹ ਜਿੰਨਾ ਸਮਝਿਆ ਜਾ ਰਿਹਾ ਕਿ ਅਸੀਂ 10 ਸਾਲਾਂ ਦੇ ਵਿੱਚ 1.5 ਮਿਲੀਅਨ ਲੱਗਦਾ ਨਹੀਂਗਾ। ਹਾਂਜੀ, ਇਹ ਜ਼ਰੂਰ ਹੋ ਸਕਦਾ ਕਿ ਅਪਾਰਟਮੈਂਟ ਬਿਲਡਿੰਗਸ ਜਿਹੜੀਆਂ ਕੌਂਡੋਜ਼ ਜਿਹੜੇ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਉਹ ਯੂਨਿਟ ਉਹਨੇ ਕਰਕੇ ਤੇ ਗਿਣਤੀ ਪੂਰੀ ਕਰ ਦਿੱਤੀ ਜਾਵੇ, ਪਰ ਹੁਣ ਜਿਵੇਂ ਵੱਡੀਆਂ ਫੈਮਲੀਜ਼ ਨੇ, obvious ਹੈ ਕਿ ਇੱਕ ਬੈਡਰੂਮ ਦੇ ਅਪਾਰਟਮੈਂਟਸ 'ਚ ਤਾਂ ਉਹ ਰਹਿ ਨਹੀਂ ਸਕਦੀਆਂ। ਸੋ ਕਿਤੇ ਨਾ ਕਿਤੇ
ਚੰਗਾ ਸ਼ਗਨ ਹੈਗਾ ਇਹ ਜ਼ਰੂਰ ਕਿ ਬਿਲਕੁਲ ਇਸ ਪਾਸੇ ਵੱਲ ਗਵਰਨਮੈਂਟਸ ਨੇ ਧਿਆਨ ਦੇਣਾ ਸ਼ੁਰੂ ਕੀਤਾ, ਬਟ ਇਹਨੂੰ ਡੈਫੀਨਿਟਲੀ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਟਾਈਮ ਹਜੇ ਲੱਗੇਗਾ ਜੀ। ਜਿਹੜੇ ਇਸ ਵਕਤ ਮਾਰਕੀਟ ਦੇ ਵਿੱਚ ਹੋਮ ਬਾਇਰਸ ਹੈਗੇ ਆ, ਘਰ ਲੈਣ ਦੇ ਬਾਰੇ ਵਿੱਚ ਸੋਚ ਰਹੇ ਨੇ, ਕਈ ਇਹ ਜਿਹੇ ਦਸਤਾਵੇਜ਼ਾਂ 'ਚ ਉਹਨਾਂ ਨੂੰ ਲੰਘਣਾ ਪੈਂਦਾ ਆ ਜਿਨ੍ਹਾਂ ਦੇ ਬਾਰੇ ਵਿੱਚ ਕੋਈ ਵਧੇਰੇ ਜਾਣਕਾਰੀ ਨਹੀਂ ਹੁੰਦੀ। ਕਈ ਵਾਰੀ ਉਹ ਆਪਣੇ ਰੀਅਲਟਰ ਦੇ ਉੱਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦੇ ਨੇ ਤੇ ਬਾਅਦ 'ਚੋਂ ਕਈ ਵਾਰੀ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਉਹਦੇ ਵਿੱਚ ਕਲੌਜ਼ ਕੀ ਹੈਗੇ ਸੀ, ਕਿਹਦਾ ਉਹਨਾਂ ਨੂੰ ਕੱਲ ਨੂੰ ਬੈਨੀਫਿਟ ਹੋ ਸਕਦਾ ਜਾਂ ਕਿਹਦਾ ਕੱਲ ਨੂੰ ਉਹਨਾਂ ਨੂੰ ਖਾਮਿਆਜ਼ਾ ਭੁਗਤਣਾ ਪੈ ਸਕਦਾ। ਸੋ ਅੱਜ ਕੁਝ ਅਜਿਹੀ ਅਸੀਂ ਤੁਹਾਨੂੰ ਐਗਰੀਮੈਂਟਸ ਦੇ ਬਾਰੇ ਵਿੱਚ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਕਿ ਜੇਕਰ ਤੁਸੀਂ ਚਾਹੇ ਫਸਟ ਟਾਈਮ ਹੋਮ ਬਾਇਰ ਹੋ ਚਾਹੇ ਸੈਕੰਡ ਟਾਈਮ ਹੋਮ ਬਾਇਰ ਹੋ, ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹਦੇ ਬਾਰੇ ਵਿੱਚ ਤੁਹਾਨੂੰ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਸੋ ਅੱਜ ਇੱਕ ਕਰਕੇ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦਿੰਦੇ ਹਾਂ। ਸਰ ਸ਼ੁਰੂਆਤ ਕਰਦੇ ਹਾਂ ਐਗਰੀਮੈਂਟ ਆਫ ਪਰਚੇਸਿੰਗ ਸੇਲਸ ਜਿਹੜਾ ਹੈਗਾ ਆ ਉਹਦੇ ਤੋਂ। ਪਹਿਲਾਂ ਤਾਂ ਇਹ ਦੱਸੋ ਕਿ ਇਹ ਕਿਹਨਾਂ ਦੇ ਲਈ ਹੁੰਦਾ ਆ ਤੇ ਇਹ ਕਿਸ ਕੰਮ ਆਉਂਦਾ ਆ? ਦੇਖੋ ਜੀ, ਜਿਹੜਾ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਜਿਹੜਾ ਨਾਂ ਹੀ ਹੈ, ਕਿਉਂਕਿ ਯੂਜੂਅਲੀ ਇਹ ਜਿਹੜਾ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਹੈ ਇਹ ਰੀਸੇਲ ਜਿਹੜੀਆਂ ਟ੍ਰਾਂਜੈਕਸ਼ਨਸ ਜਿਹੜੇ ਕਿ ਪੁਰਾਣੇ ਘਰ ਕਹਿ ਲਓ, ਪੁਰਾਣੇ ਤੋਂ ਮੇਰਾ ਭਾਵ ਇਹ ਹੈ ਕਿ ਜਿਹੜੇ ਅਸੀਂ ਬਿਲਡਰ ਤੋਂ ਨਹੀਂ ਬਾਏ ਕਰ ਰਹੇ, ਉਹ ਘਰ 1 ਸਾਲ ਪੁਰਾਣਾ ਹੋ ਸਕਦਾ, ਉਹ 5 ਸਾਲ ਪੁਰਾਣਾ ਹੋ ਸਕਦਾ, ਜਾਂ ਉਹ 25 ਸਾਲ ਪੁਰਾਣਾ ਵੀ ਘਰ ਹੋ ਸਕਦਾ ਹੈ। ਜਦੋਂ ਅਸੀਂ ਬਿਲਡਰ ਤੋਂ ਬਾਏ ਕਰਦੇ ਹਾਂ ਤਾਂ ਉਹ ਬਿਲਡਰ ਦਾ ਜਿਹੜਾ ਹੈ ਨਾ ਉਹ ਐਗਰੀਮੈਂਟ ਆਫ ਪਰਚੇਜ਼ ਹੁੰਦਾ ਸਰ, ਕਿਉਂਕਿ ਉੱਥੇ ਸਿਰਫ ਤੁਸੀਂ ਪਰਚੇਜ਼ ਕਰ ਰਹੇ ਹੋ। ਇਹ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਹੈਗਾ, ਇੱਕ ਬੰਦਾ ਇੱਕ ਪ੍ਰਾਪਰਟੀ ਨੂੰ ਸੇਲ ਕਰ ਰਿਹਾ ਤੇ ਦੂਸਰਾ ਬੰਦਾ ਜਿਹੜਾ ਉਹਨੂੰ ਪਰਚੇਜ਼ ਕਰ ਰਿਹਾ। ਸੋ ਉਹ ਦੋਵਾਂ ਨੂੰ ਇਸ ਐਗਰੀਮੈਂਟ ਦੇ ਵਿੱਚ ਉਹਨਾਂ ਦੇ ਕੰਸਰਨ ਜਿਹੜੇ ਨੇ ਐਡਰੈਸ ਕੀਤੇ ਗਏ ਨੇ। ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖੀਏ ਕਿ ਇਹਦੀ ਲੋੜ ਕਿਉਂ ਪਈ ਤਰਨ ਜੀ। ਇਹ ਜਿਹੜਾ ਬਾਇੰਗ ਦਾ ਪ੍ਰੋਸੈਸ ਹੈ ਜੀ, ਇਹ ਕਾਫੀ ਕੰਪਲਿਕੇਟਡ ਆ। ਉਹਦੇ ਨਾਲ ਇਹ ਹਾਈ ਵੈਲਿਊ ਆਈਟਮ ਹੈ ਜੀ, ਇਨਸਾਨ ਦੀ ਜ਼ਿੰਦਗੀ ਦਾ ਸ਼ਾਇਦ ਸਭ ਤੋਂ ਮਹਿੰਗਾ ਇਹ ਜਿਹੜਾ ਹੈ ਨਾ ਇਹ ਖਰੀਦੋ ਫਰੋਖਤ ਜਿਹੜੀ ਹੈ ਉਹ ਹੈਗੀ ਹੈ ਘਰ ਦੀ। ਸੋ ਇੱਥੇ ਤੁਹਾਨੂੰ ਬੜਾ ਸੰਭਲ ਕੇ ਚੱਲਣਾ ਪੈਂਦਾ, ਕਿਉਂਕਿ ਛੋਟੀ ਜੀ ਗਲਤੀ ਜਿਹੜੀ ਆ ਉਹ ਤੁਹਾਨੂੰ ਬਹੁਤ ਵੱਡੀ ਕੀਮਤ ਕਦੇ ਚੁਕਾਣੀ ਪੈ ਸਕਦੀ ਹੈ। ਇਸ ਨੂੰ ਸਟ੍ਰੀਮਲਾਈਨ ਕਰਨ ਵਾਸਤੇ ਜਿਹੜੀ ਓਨਟਾਰੀਓ ਰੀਅਲ ਸਟੇਟ ਐਸੋਸੀਏਸ਼ਨ ਹੈ ਉਹਨੇ ਡਿਫਰੈਂਟ ਫਾਰਮਸ ਬਣਾਏ ਹੋਏ ਆ। ਸੋ ਜਿਹੜਾ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਹੈ, ਵੈਸੇ ਤਾਂ ਜੇ ਤੁਸੀਂ ਰੀਅਲ ਸਟੇਟ ਏਜੰਟ ਤੁਹਾਡੀ ਪ੍ਰਾਪਰਟੀ ਦੇ ਵਿੱਚ ਇਨਵੋਲਵਡ ਨਹੀਂ ਹੈਗਾ, ਤੁਸੀਂ ਲਾਇਰ ਕੋਲ ਜਾ ਕੇ ਐਗਰੀਮੈਂਟ ਕਰ ਸਕਦੇ ਹੋ। ਲਾਇਰ ਵੀ ਇਹਨੂੰ ਡਰਾਫਟ ਕਰ ਸਕਦਾ ਆ, ਔਰ ਬਟ ਕਿਉਂਕਿ ਇਸ ਪ੍ਰੋਸੈਸ ਨੂੰ ਸਟ੍ਰੀਮਲਾਈਨ ਕਰਨ ਲਈ, ਇਸ ਨੂੰ ਸੌਖਾ ਬਣਾਉਣ ਲਈ ਜਿਹੜੀ ਓਨਟਾਰੀਓ ਰੀਅਲ ਸਟੇਟ ਐਸੋਸੀਏਸ਼ਨ ਹੈ ਉਹਨੇ ਜਿਵੇਂ ਮੈਂ ਕਿਹਾ ਕਿ ਵੱਖ-ਵੱਖ ਫਾਰਮਸ ਜਿਹੜੇ ਆ ਉਹ ਸਟੈਂਡਰਡ ਬਣਾ ਦਿੱਤੇ ਆ। ਜਿਹੜਾ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਹੈ, ਫਾਰਮ ਨੰਬਰ 100 ਅਸੀਂ ਇਹਨੂੰ ਕਹਿੰਦੇ ਆ, 100 ਨੰਬਰ ਫਾਰਮ ਹੈਗਾ ਆ। ਔਰ ਇਹਦੇ ਚ ਮੈਂ ਜਿਹੜੇ ਮੇਨ ਚੀਜ਼ਾਂ ਨੇ ਜਿਹੜੀਆਂ ਮੈਂ ਉਹ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਦਾ ਜੀ। ਇਸ ਐਗਰੀਮੈਂਟ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਚੀਜ਼ ਹੈ ਜੀ ਕਿ ਕਿਸ ਡੇਟ ਨੂੰ ਇਹ ਟ੍ਰਾਂਜੈਕਸ਼ਨ ਹੋ ਰਹੀ ਹੈ ਜਾਂ ਇਹ ਐਗਰੀਮੈਂਟ ਜਿਹੜਾ ਉਹ ਲਿਖਿਆ ਜਾ ਰਿਹਾ ਹੈ। ਸੋ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਜੇ ਐਗਰੀਮੈਂਟ ਲਿਖਿਆ ਜਾ ਰਿਹਾ ਤਾਂ ਅਸੀਂ ਅੱਜ ਦੀ ਡੇਟ ਪਾਵਾਂਗੇ। ਫਿਰ ਇਹਦੇ ਵਿੱਚ ਆਇਡੈਂਟੀਫਾਈ ਕੀਤਾ ਹੋਇਆ ਕਿ ਬਾਇਰ ਕੌਣ ਹੈ। ਬਾਇਰ ਇੰਡੀਵਿਜੂਅਲ ਹੋ ਸਕਦਾ, ਇੱਕ ਜਣਾ ਹੋ ਸਕਦਾ, ਜਾਂ ਇੱਕ ਤੋਂ ਵੱਧ ਜਣੇ ਹੋ ਸਕਦੇ ਆ, ਜਾਂ ਕੋਈ ਕਾਰਪੋਰੇਸ਼ਨ ਵੀ ਹੋ ਸਕਦੀ ਹੈ। ਸੇਮ ਥਿੰਗ ਵਿਦ ਦਾ ਸੈਲਰ, ਕਿ ਸੈਲਰ ਜਿਹੜਾ ਉਹ ਇੱਕ ਜਾਂ ਦੋ ਜਣੇ ਹੋ ਸਕਦੇ ਆ, ਹਸਬੈਂਡ ਵਾਈਫ ਯੂਜੂਅਲੀ ਜਿਵੇਂ ਆਪਾਂ ਟ੍ਰੈਂਡ ਦੇਖਿਆ ਆ, ਜਾਂ ਉਹ ਕੋਈ ਕਾਰਪੋਰੇਸ਼ਨ ਵੀ ਹੋ ਸਕਦੀ ਹੈ। ਉਹ ਕੋਈ ਬੈਂਕ ਵੀ ਹੋ ਸਕਦਾ। ਮੰਨ ਲਓ ਕਿ ਜਿਵੇਂ ਸਿਚੁਏਸ਼ਨ ਚੱਲ ਰਹੀ ਹੈ ਕਿ ਹੋਮ ਓਨਰ ਜਿਹੜਾ ਉਹ ਟਾਈਮ ਸਿਰ ਆਪਣੀ ਕਿਸ਼ਤ ਨਹੀਂ ਭਰ ਸਕਿਆ, ਇੱਕ ਲੰਬੇ ਪ੍ਰੋਸੈਸ ਤੋਂ ਬਾਅਦ ਜਿਹੜਾ ਬੈਂਕ ਹੈ ਉਹ ਵੀ ਘਰ ਨੂੰ ਸੇਲ ਤੇ ਲਾ ਸਕਦਾ ਹੈ। ਸੋ ਇਹਦੇ ਵਿੱਚ ਬੈਂਕ ਜਾਂ ਲੈਂਡਰ ਵੀ ਜਿਹੜਾ ਉਹ ਸੈਲਰ ਹੋ ਸਕਦਾ ਹੈ। ਉਸ ਤੋਂ ਬਾਅਦ ਇਹਦੇ ਵਿੱਚ ਪ੍ਰਾਪਰਟੀ ਦਾ ਐਡਰੈਸ ਭਰਿਆ ਜਾਂਦਾ ਕਿ ਕਿਹੜੀ ਪ੍ਰਾਪਰਟੀ ਐਕਚੁਅਲੀ ਸੇਲ ਹੋ ਰਹੀ ਹੈ। ਉਹਦਾ ਨਾ ਸਿਰਫ ਜਿਹੜਾ ਮਿਊਨਿਸਪਲ ਐਡਰੈਸ, ਬਲਕਿ ਉਹਦਾ ਜਿਹੜਾ ਲੀਗਲ ਐਡਰੈਸ ਜਿਹੜਾ ਕਿ ਲੈਂਡ ਰਜਿਸਟਰੀ ਦੇ ਵਿੱਚ ਰਜਿਸਟਰ ਹੋਇਆ ਉਹ ਭਰਿਆ ਜਾਂਦਾ ਤਾਂ ਕਿ ਕੋਈ ਫਰਾਡ ਨਾ ਹੋ ਸਕੇ। ਹੁਣ ਜਿਵੇਂ ਆਪਾਂ ਪਿੱਛੇ ਜੇ ਖਬਰ ਦੇਖੀ ਸੀਗੀ ਕਿ ਕੋਈ ਹੋਰ ਹੀ ਬੰਦੇ ਜਿਹੜੇ ਆ ਹੋਰ ਕਿਸੇ ਦੀ ਪ੍ਰਾਪਰਟੀ ਵੇਚ ਗਏ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਫਰਾਡ ਨੂੰ
ਜਿਹੜਾ ਟੈਕਲ ਕਰਨ ਵਾਸਤੇ ਰੱਖੀਆਂ ਗਈਆਂ ਨੇ। ਉਸ ਤੋਂ ਬਾਅਦ ਜਿਹੜੀ ਇਹਦੇ ਵਿੱਚ ਖਾਲੀ ਇਹ ਉਹ ਥਾਵਾਂ ਨੇ ਜਿਹੜੀਆਂ ਅਸੀਂ ਆਪਣੇ ਹੱਥ ਨਾਲ ਭਰੀਆਂ ਹੁੰਦੀਆਂ, ਕਿਉਂਕਿ ਇਹ ਪ੍ਰੀ ਪ੍ਰਿੰਟਡ ਫਾਰਮ ਹੁੰਦਾ ਇੱਕ, ਤੇ ਇਹ ਚੀਜ਼ਾਂ ਜਿਹੜੀਆਂ ਮੈਂ ਡਿਸਕਸ ਕਰ ਰਿਹਾ ਇਹ ਇਹਦੇ ਚ ਚੇਂਜ ਕੀਤੀਆਂ ਜਾ ਸਕਦੀਆਂ, ਕਿਉਂਕਿ ਬਾਇਰ ਕੋਈ ਵੀ ਹੋ ਸਕਦਾ, ਸੈਲਰ ਕੋਈ ਵੀ ਹੋ ਸਕਦਾ, ਪ੍ਰਾਪਰਟੀ ਦਾ ਐਡਰੈਸ ਕੋਈ ਵੀ ਹੋ ਸਕਦਾ। ਅੱਗੇ ਆ ਜਾਂਦੀ ਹੈ ਜੀ ਪਰਚੇਜ਼ ਪ੍ਰਾਈਸ, ਕਿ ਕਿਸ ਪ੍ਰਾਈਸ ਦੇ ਉੱਤੇ ਅਸੀਂ ਇਹ ਪ੍ਰਾਪਰਟੀ ਬਾਏ ਕਰ ਰਹੇ ਹਾਂ। ਯੂਜੂਅਲੀ ਹੁੰਦਾ ਕੀ ਹੈ ਪ੍ਰੋਸੈਸ, ਕਿ ਅਸੀਂ ਪ੍ਰਾਪਰਟੀ ਦੇਖ ਕੇ ਆਏ, ਸਾਡੇ ਰੀਅਲਟਰ ਨੇ ਆਪਣੀ ਇਨਵੈਸਟੀਗੇਸ਼ਨ ਕਰਕੇ ਰਿਸਰਚ ਕਰਕੇ ਸਾਨੂੰ ਦੱਸਿਆ ਕਿ ਇਸ ਪ੍ਰਾਪਰਟੀ ਦੀ ਕੀਮਤ ਜਿਹੜੀ ਹੈ, ਮੰਨ ਲਓ ਆਪਾਂ ਜੇ ਉਦਾਹਰਨ ਦੇ ਤੌਰ ਤੇ ਲੈਣਾ ਹੋਵੇ ਵੀ 1.2 ਮਿਲੀਅਨ ਹੈਗੀ ਹੈ, 1 ਮਿਲੀਅਨ 12 ਲੱਖ ਹੈਗੀ ਹੈ ਮਤਲਬ, ਤੇ ਅਸੀਂ ਯੂਜੂਅਲੀ ਕੀ ਹੁੰਦਾ ਕਿ ਰੀਅਲਟਰ ਇਹ ਕਹਿੰਦਾ ਕਿ ਆਪਾਂ 11.5 ਤੋਂ ਆਫਰ ਜਿਹੜੀ ਹੈ ਸਟਾਰਟ ਕਰੀਏ। ਸੋ ਉਹ 11.5 ਦੀ ਆਫਰ ਸੈਲਰ ਨੂੰ ਭੇਜਦਾ ਆ, ਸੈਲਰ ਦੇ ਰੀਅਲਟਰ ਨੂੰ ਭੇਜਦਾ ਹੈ, ਸੈਲਰ ਦਾ ਰੀਅਲਟਰ ਸੈਲਰ ਨਾਲ ਡਿਸਕਸ ਕਰਕੇ ਉਹ ਕਹਿੰਦੇ ਜੀ ਕਿ ਸਾਨੂੰ 11.5 ਨਹੀਂ ਪੁੱਗਦਾ ਹੈਗਾ, ਅਸੀਂ ਜਿਹੜੀ ਹੈ 1180 ਦੀ ਪ੍ਰਾਪਰਟੀ ਦੇਣੀ ਹੈ। ਉਹ ਵਾਪਸ 1180 ਤੇ ਉਹਨਾਂ ਨੂੰ ਇਸ ਗੱਲ ਨੂੰ ਕਹੀਦਾ ਸਾਈਨ ਬੈਕ। ਉਹਨਾਂ ਨੇ ਸਾਈਨ ਬੈਕ, ਸੈਲਰ ਨੇ ਬਾਇਰ ਨੂੰ ਸਾਈਨ ਬੈਕ 1180 ਦਾ ਦੇ ਦਿੱਤਾ। ਬਾਕੀ ਜਿਹੜੀਆਂ ਇਹਦੇ ਚ ਕੰਡੀਸ਼ਨ ਸੀਗੀਆਂ, ਕਲੋਜ਼ਿੰਗ ਦੀ ਕੰਡੀਸ਼ਨ ਹੈਗੀ ਹੈ ਜਾਂ ਕੋਈ ਹੋਰ ਕੰਡੀਸ਼ਨ, ਮੌਰਗੇਜ ਦੀ ਕੰਡੀਸ਼ਨ ਹੈ ਜਾਂ ਇਨਸਪੈਕਸ਼ਨ ਦੀ ਕੰਡੀਸ਼ਨ ਹੈ, ਉਹ ਪ੍ਰਾਪਰਟੀ ਟੂ ਪ੍ਰਾਪਰਟੀ ਡਿਪੈਂਡ ਕਰਦਾ ਕਿ ਸੈਲਰ ਉਹਨਾਂ ਨੂੰ ਐਕਸੈਪਟ ਕਰਦਾ ਹੈ ਕਿ ਨਹੀਂ ਐਕਸੈਪਟ ਕਰਦਾ ਹੈਗਾ। ਸੋ ਇੱਕ ਫਾਈਨਲ ਪ੍ਰਾਈਸ ਦੇ ਉੱਤੇ ਜਿਵੇਂ ਮੰਨ ਲਓ ਕਿ ਅਸੀਂ 1180 ਤੇ ਇਹ ਡੀਲ ਹੋ ਗਈ, ਸੋ ਉਹ ਵਿਦ ਕਟਿੰਗ ਉਹ ਇੱਥੇ ਆ ਜਾਏਗੀ। ਪਹਿਲਾਂ ਜਿਵੇਂ 1150 ਦੀ ਪ੍ਰਾਈਸ ਬਾਇਰ ਵੱਲੋਂ ਗਈ, ਫਿਰ ਉਧਰੋਂ 1180 ਦੀ ਆਈ, ਤੇ ਮੰਨ ਲਓ 1175 ਤੇ ਜਿਹੜੀ ਆ ਸਾਡੀ ਡੀਲ ਹੋ ਗਈ। ਉਹ ਜਿੰਨੀ ਵਾਰ ਚੇਂਜ ਹੋਏਗਾ, ਬਾਇਰ ਔਰ ਸੈਲਰ ਦੋਨਾਂ ਦੇ ਇਨੀਸ਼ੀਅਲ ਹੋਣਗੇ ਹਰ ਇੱਕ ਚੇਂਜ ਦੇ ਉੱਤੇ, ਤਾਂ ਕਿ ਕੋਈ ਵੀ ਇਹਦੇ ਚ ਜਿਹੜਾ ਹੈ ਉਹ ਫਰਾਡ ਨਾ ਹੋ ਸਕੇ ਜਾਂ ਕੋਈ ਭੁਲੇਖਾ ਨਾ ਰਹੇ। ਇਨੀਸ਼ੀਅਲ ਅਸੀਂ ਉਦੋਂ ਕਰਦੇ ਹਾਂ ਜਦੋਂ ਅਸੀਂ ਚੰਗੀ ਤਰ੍ਹਾਂ ਪੜ੍ਹ ਲੈਂਦੇ ਹਾਂ। ਸੋ ਫਿਰ ਇਸ ਤੋਂ ਅੱਗੇ ਜਿਹੜਾ ਹੈ ਜੀ ਉਹ ਡਿਪੋਜ਼ਿਟ ਆ ਜਾਂਦਾ, ਕਿਉਂਕਿ ਇਹ ਫਾਰਮ ਦੇ ਵਿੱਚ ਇੱਕ ਟ੍ਰਾਂਜੈਕਸ਼ਨ ਦੇ ਵਿੱਚ ਹੋ ਕੀ ਰਿਹਾ ਕਿ ਤੁਸੀਂ ਕਮਿਟ ਕਰ ਰਹੇ ਹੋ ਕਿ ਮੰਨ ਲਓ ਜੇ ਮੈਂ ਡਿਪੋਜ਼ਿਟ $50,000 ਦਾ ਦੇ ਰਿਹਾ, ਤਾਂ ਤੁਸੀਂ $50,000 ਕਮਿਟ ਕਰ ਰਹੇ ਹੋ, ਔਰ ਜਿਹੜਾ ਸੈਲਰ ਹੈ ਉਹ ਆਪਣੀ ਪ੍ਰਾਪਰਟੀ ਕਮਿਟ ਕਰ ਰਿਹਾ ਹੈ। ਇਹ ਕੰਸੀਡਰੇਸ਼ਨ ਹੋ ਗਈ ਜੀ, ਇਹਨੂੰ ਕੰਸੀਡਰੇਸ਼ਨ ਕਿਹਾ ਜਾਂਦਾ ਹੈ। ਤੇ ਜਿਹੜਾ ਡਿਪੋਜ਼ਿਟ ਹੈ ਉਹ ਜਾਂ ਤਾਂ ਰੀਅਲ ਸਟੇਟ ਜਿਹੜੀ ਕੰਪਨੀ ਹੈ ਉਹਦੇ ਟਰਸਟ ਅਕਾਊਂਟ ਦੇ ਵਿੱਚ ਉਨੀ ਦੇਰ ਰਹੇਗਾ ਜਿੰਨੀ ਦੇਰ ਕਲੋਜ਼ਿੰਗ ਨਹੀਂ ਹੁੰਦੀ, ਜਾਂ ਫਿਰ ਲਾਇਰ ਦੇ ਟਰਸਟ ਅਕਾਊਂਟ ਦੇ ਵਿੱਚ ਰਹੇਗਾ। ਉਸ ਤੋਂ ਅੱਗੇ ਟਾਈਮ ਆ ਜਾਂਦਾ ਜੀ, ਇਹ ਕਲੌਜ਼ ਹੈਗਾ ਜੀ ਇਰਰਿਵੋਕੇਬਿਲਿਟੀ ਦਾ। ਇਰਰਿਵੋਕੇਬਿਲਿਟੀ ਦਾ ਮਤਲਬ ਇਹ ਹੈ ਕਿ ਮੈਂ ਅੱਜ ਆਫਰ ਤੁਹਾਨੂੰ, ਮੈਂ ਬਾਇਰ ਹਾਂ ਤੁਸੀਂ ਸੈਲਰ ਹੋ, ਮੈਂ ਅੱਜ ਆਫਰ ਤੁਹਾਨੂੰ ਦਿੱਤੀ ਹੈ 12 ਵਜੇ, ਪਰ ਮੈਂ ਇੱਥੇ ਸਪੈਸੀਫਾਈ ਕਰ ਦਿੱਤਾ ਕਿ ਮੇਰੀ ਇਹ ਆਫਰ ਕੱਲ 12 ਵਜੇ ਤੱਕ ਹੀ ਵੈਲਿਡ ਹੈ। ਸੋ ਇਹਨੂੰ ਇਰਰਿਵੋਕੇਬਿਲਿਟੀ ਕਹਿੰਦੇ ਆ, ਕਿਉਂਕਿ ਉਸ ਤੋਂ ਬਾਅਦ ਜਿਹੜੀ ਹੈ ਉਹ ਆਫਰ ਮਤਲਬ ਨਲ ਐਂਡ ਵੋਇਡ ਹੋ ਜਾਂਦੀ ਹੈ। ਠੀਕ ਹੈ। ਤੇ ਇਸ ਟਾਈਮ ਨੂੰ ਹੁਣ ਜਿਵੇਂ ਤੁਸੀਂ ਤੁਹਾਡੇ ਕੋਲ ਗਈ, ਤੁਸੀਂ ਕੱਲ 12 ਵਜੇ ਤੋਂ ਪਹਿਲਾਂ ਚੇਂਜ ਕਰਕੇ ਕਿ ਇਹ ਅਗਲੇ ਦਿਨ 12 ਵਜੇ ਤੱਕ ਵੈਲਿਡ ਹੈਗੀ ਹੈ, ਸੋ ਮੇਰੇ ਕੋਲ ਇੱਕ ਦਿਨ ਦਾ ਟਾਈਮ ਹੈਗਾ। ਸੋ ਇਸ ਤਰ੍ਹਾਂ ਤਰੀਕੇ ਦੇ ਨਾਲ ਇਸ ਆਫਰ ਨੂੰ ਅੱਗੇ ਵਧਾਇਆ ਜਾਂਦਾ ਹੈ। ਫਿਰ ਅੱਗੇ ਆ ਜਾਂਦੀ ਜੀ ਕੰਪਲੀਸ਼ਨ ਡੇਟ, ਜਿਹਨੂੰ ਆਪਾਂ ਕਲੋਜ਼ਿੰਗ ਡੇਟ ਕਹਿ ਦਿੰਦੇ ਹਾਂ, ਕਿਉਂਕਿ ਕਿਸੇ ਵੀ ਐਗਰੀਮੈਂਟ ਦੇ ਵਿੱਚ ਕੰਪਲੀਸ਼ਨ ਡੇਟ ਹੋਣੀ ਜ਼ਰੂਰੀ ਹੈ। ਉਹਨੂੰ ਆਪਾਂ ਓਪਨ ਨਹੀਂ ਰੱਖ ਸਕਦੇ ਕਿ ਕਿਸੇ ਵੇਲੇ ਵੀ ਆਪਾਂ ਕਰ ਸਕਦੇ ਹਾਂ ਕਲੋਜ਼। ਸੋ ਮਤਲਬ ਇੱਕ ਟਾਈਮ ਪੀਰੀਅਡ ਦੇਣਾ ਜ਼ਰੂਰੀ ਹੈ ਕਿ ਐਨੀ ਟਾਈਮ ਦੇ ਵਿੱਚ ਕਲੋਜ਼ਿੰਗ ਤੁਹਾਨੂੰ, ਕਿਉਂਕਿ ਨਹੀਂ ਤੇ ਫਿਰ ਉਹ ਐਗਰੀਮੈਂਟ ਬਾਈਂਡਿੰਗ ਨਾ ਹੋਇਆ ਜੀ। ਬਿਲਕੁਲ ਕਿ ਸੈਲਰ ਕਹਿ ਸਕਦਾ ਹੈ ਕਿ ਅਸੀਂ ਇੱਕ ਦਿਨ ਹੋਰ ਅੱਗੇ ਵਧਾਤਾ ਜੀ, ਬਾਇਰ ਫਿਰ ਕਹਿ ਦੂਗਾ ਮੈਂ ਇੱਕ ਦਿਨ ਅੱਗੇ ਵਧਾਤਾ। ਇਸ ਤਰ੍ਹਾਂ ਤਾਂ ਉਹ ਕਿਸੇ ਵੀ ਮਤਲਬ ਨਤੀਜੇ ਤੇ ਨਹੀਂ ਪਹੁੰਚ ਸਕੇ, ਉਹਨੂੰ ਕੰਕਲੂਡ ਨਹੀਂ ਕਰ ਸਕਾਂਗੇ। ਸੋ ਇੱਕ ਕੰਪਲੀਸ਼ਨ ਡੇਟ ਹੋਣੀ ਜ਼ਰੂਰੀ ਹੈ ਜੀ ਇਹਦੇ ਵਿੱਚ। ਫਿਰ ਇਹਦੇ ਵਿੱਚ ਅੱਗੇ ਆ ਜਾਂਦਾ ਜੀ ਸ਼ੈਟਲਸ ਇਨਕਲੂਡਡ, ਕਿ ਕਿਹੜੀਆਂ ਚੀਜ਼ਾਂ ਇਸ ਘਰ ਦੇ ਨਾਲ ਇਨਕਲੂਡ ਕੀਤੀਆਂ ਜਾ ਰਹੀਆਂ। ਠੀਕ ਹੈ। ਇਹ ਬਹੁਤ ਜ਼ਰੂਰੀ ਹੈ ਜੀ, ਕਿਉਂਕਿ
ਇੱਥੇ ਕਈ ਵਾਰੀ ਛੋਟੀਆਂ ਚੀਜ਼ਾਂ ਤੇ ਅਖੀਰ ਤੇ ਆ ਕੇ ਰੌਲਾ ਪੈ ਜਾਂਦਾ ਕਲੋਜ਼ਿੰਗ ਵਾਲੇ ਦਿਨ ਜੀ ਕਿ ਅਸੀਂ ਤਾਂ ਸਮਝਿਆ ਸੀਗਾ ਕਿ ਫ੍ਰਿਜ ਨਾਲ ਹੈਗੀ ਹੈ, ਪਰ ਤੁਸੀਂ ਕਹਿ ਰਹੇ ਹੋ ਅਸੀਂ ਦੇਣੀ ਨਹੀਂ ਹੈਗੀ। ਉਹ ਫਿਰ ਜੇ ਇੱਥੇ ਲਿਖੀ ਹੋਈ ਹੈ ਫਿਰ ਤਾਂ ਉਹ ਇਨਕਲੂਡਡ ਹੈ। ਕੁਝ ਚੀਜ਼ਾਂ ਜਿਹੜੀਆਂ ਉਹ ਫਿਕਸਡ ਨੇ ਜੀ, ਆਲਰੇਡੀ ਇਨਬਿਲਟ, ਜਿਵੇਂ ਅਸੀਂ ਕਹਿੰਦੇ ਹਾਂ ਹਾਂਜੀ, ਜਿਵੇਂ ਬਿਲਟ ਇਨ ਮਾਈਕ੍ਰੋਵੇਵ ਹੈ ਜਾਂ ਬਿਲਟ ਇਨ ਡਿਸ਼ਵਾਸ਼ਰ ਹੈ, ਉਹ ਚੀਜ਼ਾਂ ਸਮਝ ਆਉਂਦੀ ਹੈ ਕਿ ਉਹ ਪਾਰਟ ਆਫ ਦਾ ਹਾਊਸ ਹੈਗੀ ਹੈ। ਹੁਣ ਫ੍ਰਿਜ ਜਿਹੜੀ ਹੈਗੀ ਹੈ ਜਾਂ ਜਿਹੜੇ ਰਿਮੂਵੇਬਲ ਚੁੱਲ੍ਹੇ ਹੈਗੇ ਆ, ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਜਿੰਨੀ ਦੇਰ ਆਪਾਂ ਸਪੈਸੀਫਾਈ ਨਹੀਂ ਕਰਾਂਗੇ ਸੈਲਰ ਜਿਹੜਾ ਉਹ ਲੈ ਕੇ ਜਾ ਸਕਦਾ ਹੈ। ਓਕੇ, ਠੀਕ ਹੈ। ਸੋ ਹਰ ਇੱਕ ਚੀਜ਼ ਇਹਦੇ ਵਿੱਚ ਮੈਂਸ਼ਨ ਕਰਨੀ ਜ਼ਰੂਰੀ ਹੈ ਜੀ। ਇਹਦੇ ਵਿੱਚ ਖਾਸ ਕਰਕੇ ਜਿਵੇਂ ਏਸੀ, ਜਿਹੜਾ ਆਪਣਾ ਸੈਂਟਰਲ ਵੈਕਿਊਮ ਹੋ ਗਿਆ ਜੀ, ਠੀਕ ਹੈ, ਗਰਾਜ ਡੋਰ ਓਪਨਰਸ ਹੋ ਗਏ, ਕਿਉਂਕਿ ਦੇਖੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਇਹ ਘਰ ਦੇ ਵਿੱਚ ਬਾਅਦ ਚੋਂ ਲਾਈਆਂ ਜਾਂਦੀਆਂ। ਓਕੇ, ਕਈ ਵਾਰੀ ਬਿਲਡਰ ਸਾਨੂੰ ਕਈ ਵਾਰੀ ਕੀ ਨਹੀਂ ਲਾ ਕੇ ਦਿੰਦੇ। ਹਾਂਜੀ, ਇਹ ਜ਼ਰੂਰ ਹੈ ਕਿ ਇਨਸੈਂਟਿਵਸ ਦੇਣ ਵਾਸਤੇ ਬਿਲਡਰ ਅਟਰੈਕਟ ਕਰਨ ਵਾਸਤੇ ਕਰ ਦਿੰਦੇ ਆ, ਮਾੜੀ ਮਾਰਕੀਟ ਦੇ ਵਿੱਚ ਉਹ ਚੀਜ਼ਾਂ ਇਨਕਲੂਡ ਕਰ ਦਿੰਦੇ ਆ, ਪਰ ਅਸਲ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇਹ ਸਾਰੀਆਂ ਐਕਸੈਸਰੀਜ਼ ਹੈਗੀਆਂ ਆ, ਇਹ ਘਰ ਦਾ ਪਾਰਟ ਨਹੀਂ ਹੈਗੀਆਂ। ਇਹ ਬਾਇਰ ਦੀ ਜ਼ਿੰਮੇਵਾਰੀ ਹੈ ਕਿ ਇਹ ਚੀਜ਼ਾਂ ਇਨਕਲੂਡ ਕਰਨੀਆਂ। ਹਾਂਜੀ ਹਾਂਜੀ, ਸੋ ਔਰ ਇਹ ਤਾਂ ਇਨਕਲੂਡ ਕੀਤੀਆਂ। ਕੁਝ ਚੀਜ਼ਾਂ ਇਦਾਂ ਦੀਆਂ ਜਿਹੜੀਆਂ ਮਾਫ ਕਰਨਾ ਜੀ, ਕਿ ਸੈਲਰ ਕਹਿ ਸਕਦਾ ਕਿ ਮੈਂ ਨਹੀਂ ਦੇਣੀਆਂ ਹੈਗੀਆਂ। ਮੰਨ ਲਓ ਕੋਈ ਸ਼ੈਂਡਲੀਅਰ ਹੈਗਾ ਆ ਕਿ ਉਹਦੀ ਮਦਰ ਨੇ ਉਹਨੂੰ ਦਿੱਤਾ ਸੀ, ਉਹਦੀ ਸੈਂਟੀਮੈਂਟਲ ਵੈਲਿਊ ਹੈ ਉਹਦੇ ਵਾਸਤੇ। ਸੋ ਆਪਾਂ ਇਸ ਚੀਜ਼ ਵੱਲ ਥੋੜਾ ਜਿਹਾ ਧਿਆਨ ਜ਼ਰੂਰ ਦਈਏ ਕਿ ਜਦੋਂ ਵੀ ਅਸੀਂ ਇਹ ਜਿਹੇ ਐਗਰੀਮੈਂਟਸ ਕਰਨ ਲੱਗੇ ਆ, ਉਹਦੀ ਇੱਕ ਇੱਕ ਚੀਜ਼ ਨੂੰ ਬਰੀਕੀ ਦੇ ਨਾਲ ਦੇਖਿਆ ਜਾਵੇ, ਤੇ ਅੱਜ ਕੋਸ਼ਿਸ਼ ਇਹੀ ਕਰ ਰਹੇ ਹਾਂ ਕਿ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ। ਜੀ ਸਰ, ਬਿਲਕੁਲ। ਤੇ ਉਹਦੇ ਚ ਜਿਹੜੀਆਂ ਚੀਜ਼ਾਂ ਐਕਸਕਲੂਡ ਕੀਤੀਆਂ ਜਾਣੀਆਂ ਉਹ ਵੀ ਇੱਥੇ ਲਿਖਣੀਆਂ ਜ਼ਰੂਰੀ ਨੇ। ਓਕੇ, ਨਹੀਂ ਤਾਂ ਫਿਰ ਉਹੀ ਗੱਲ ਜਿਹੜੀਆਂ ਇਨਕਲੂਡ ਮੈਂ ਸਮਝਿਆ ਸੀਗਾ ਕਿ ਇਨਕਲੂਡਡ ਨੇ, ਹਾਂ ਹਾਂਜੀ, ਤੇ ਉਹ ਫਿਰ ਦੂਸਰੇ ਪਾਸਿਓਂ ਆ ਜਾਂਦਾ ਕਿ ਮੈਂ ਸਮਝਿਆ ਸੀ ਕਿ ਇਹ ਨਹੀਂ ਇਨਕਲੂਡਡ ਹੈਗੀਆਂ। ਸੋ ਮਤਲਬ ਇਨਕਲੂਡ ਜੋ ਹੈਗੀਆਂ ਉਹ ਵੀ ਲਿਖਣੀਆਂ ਨੇ, ਜੋ ਐਕਸਕਲੂਡ ਨੇ ਉਹ ਵੀ ਵਿੱਚ ਲਿਖਣੀਆਂ ਜ਼ਰੂਰੀ ਨੇ। ਠੀਕ ਹੈ, ਤਾਂ ਕਿ ਕਲੋਜ਼ਿੰਗ ਵਾਲੇ ਦਿਨ ਇਹ ਜਦੋਂ ਦੇਖੋ ਜੀ ਸਭ ਕੁਝ ਠੀਕ ਚੱਲ ਰਿਹਾ ਹੁੰਦਾ, ਉਦੋਂ ਕਿਸੇ ਕਾਨੂੰਨ ਦੀ ਲੋੜ ਨਹੀਂ ਹੁੰਦੀ। ਕਾਨੂੰਨ ਦੀ ਲੋੜ ਕਦੋਂ ਪੈਂਦੀ ਹੈ? ਜਦੋਂ ਕਿਤੇ ਕੰਮ ਅੜ ਜਾਂਦਾ। ਸੋ ਸੇਮ ਥਿੰਗ ਇਹਦੀ ਹੈ ਕਿ ਰੂਟੀਨ ਦੇ ਵਿੱਚ ਬਹੁਤ ਹਰ ਰੋਜ਼ ਕਲੋਜ਼ਿੰਗਸ ਹੁੰਦੀਆਂ, ਹਜ਼ਾਰਾਂ ਹੀ ਕਲੋਜ਼ਿੰਗਸ ਹੁੰਦੀਆਂ, ਸਭ ਠੀਕ ਚੱਲਦਾ ਆ, ਲੇਕਿਨ ਜਦੋਂ ਡਿਫਰੈਂਸ ਆਫ ਓਪੀਨੀਅਨ ਕਿ ਮੈਂ ਸਮਝਿਆ, ਸੋ ਇਸੇ ਕਰਕੇ ਇਹ ਡਾਕੂਮੈਂਟ ਸਾਰਾ ਕੁਝ ਕੀਤਾ ਜਾਂਦਾ ਹੈ ਜੀ। ਔਰ ਇਹਦੇ ਵਿੱਚ ਜਿਵੇਂ ਹੁਣ ਆਮ ਤੌਰ ਤੇ ਸਾਡਾ ਹੌਟ ਵਾਟਰ ਟੈਂਕ ਜਿਹੜਾ ਹੁੰਦਾ ਉਹ ਰੈਂਟਲ ਹੁੰਦਾ। ਓਕੇ, ਮੋਸਟਲੀ ਘਰਾਂ ਦੇ ਵਿੱਚ ਰੈਂਟਲ ਹੁੰਦਾ। ਸੋ ਜਿਹੜੀਆਂ ਰੈਂਟਲ ਆਈਟਮਸ ਨੇ ਉਹ ਵੀ ਇਨਕਲੂਡ ਕਰਨੀਆਂ ਇੱਥੇ ਲਿਖਣੀਆਂ ਜ਼ਰੂਰੀ ਨੇ, ਕਿਉਂਕਿ ਉਹਦੇ ਤੇ ਵੀ ਰੌਲਾ ਪੈ ਜਾਂਦਾ ਕਿ ਮੈਂ ਸਮਝਿਆ ਸੀਗਾ ਕਿ ਇਹ ਤੁਸੀਂ ਓਨ ਕਰਦੇ ਹੋ। ਬਾਇਰ ਇਹ ਸਮਝਦਾ ਕਿ ਸੈਲਰ ਹੌਟ ਵਾਟਰ ਟੈਂਕ ਓਨ ਕਰਦਾ ਤੇ ਇਹਦਾ ਕੋਈ ਮੰਥਲੀ ਖਰਚਾ ਨਹੀਂ ਹੋਏਗਾ, ਪਰ ਜਦੋਂ ਮੈਂ ਘਰ ਲਿਆ ਤੇ ਮੈਨੂੰ ਮੰਥਲੀ ਖਰਚਾ ਪੈਣਾ ਸ਼ੁਰੂ ਹੋ ਗਿਆ। ਸੋ ਉਹ ਵੀ ਇੱਕ ਬੋਨ ਆਫ ਕੰਟੈਂਸ਼ਨ ਬਣ ਜਾਂਦਾ ਹੈ ਐਂਡ ਤੇ। ਸੋ ਉਹ ਵੀ ਲਿਖਣੀਆਂ ਇੱਥੇ ਜ਼ਰੂਰੀ ਨੇ। ਫਿਰ HST ਜਿਹੜੀ ਹੈ ਉਹ ਰੀਸੇਲ ਦੇ ਵਿੱਚ ਹਮੇਸ਼ਾ ਪ੍ਰਾਈਸ ਦੇ ਵਿੱਚ ਇਨਕਲੂਡਡ ਹੁੰਦੀ ਹੈ। HST, ਹਾਂਜੀ, ਉਹ ਵੀ ਕਈ ਸਪੈਸ਼ਲ ਸਰਕਮਸਟੈਂਸਸ ਹੁੰਦੇ ਨੇ ਜਿੱਥੇ ਉਹ ਇਨਕਲੂਡ ਨਹੀਂ ਹੁੰਦੀ, ਖਾਸ ਕਰਕੇ ਕਮਰਸ਼ੀਅਲ ਜਿਹੜੀਆਂ ਡੀਲਸ ਹੁੰਦੀਆਂ ਉਹਨਾਂ ਦੇ ਵਿੱਚ, ਪਰ ਰੀਸੇਲ ਦੇ ਵਿੱਚ ਉਹ ਇਨਕਲੂਡਡ ਹੁੰਦੀਆਂ। ਹਾਂਜੀ, ਫਿਰ ਅੱਗੇ ਜੀ ਇਹ ਸਾਰੇ ਕਲੌਜ਼ ਜਿਹੜੇ ਨੇ ਇਹ ਪ੍ਰੀ ਪ੍ਰਿੰਟਡ ਨੇ। ਇਹਨਾਂ ਦਾ ਮਕਸਦ ਜਿਹੜਾ ਬਾਇਰ ਹੈ, ਜਿਹੜਾ ਸੈਲਰ ਹੈ, ਜਿਹੜਾ ਬਾਇਰ ਦਾ ਏਜੰਟ ਹੈ, ਜਿਹੜਾ ਸੈਲਰ ਦਾ ਏਜੰਟ ਹੈ, ਉਹ ਸਾਰਿਆਂ ਦੀ ਪ੍ਰੋਟੈਕਸ਼ਨ ਵਾਸਤੇ ਨੇ। ਇਹਨਾਂ ਨੂੰ ਆਮ ਤੌਰ ਤੇ ਜਿਹੜਾ ਹੈ ਕੋਈ ਪੜ੍ਹਦਾ ਨਹੀਂ ਹੈ ਜੀ, ਪਰ ਜੇ ਤੁਸੀਂ ਆਪਣੀ ਜਾਣਕਾਰੀ ਵਾਸਤੇ, ਕਿਉਂਕਿ ਇਹ ਸਾਰੀਆਂ ਚੀਜ਼ਾਂ ਦੀ ਕੇਅਰ ਜਿਹੜਾ ਤੁਹਾਡਾ ਲਾਇਰ ਕਰਦਾ ਹੈ, ਉਹ ਮੇਕ ਸ਼ੋਰ ਕਰਦਾ ਹੈ ਕਿ ਜਦੋਂ ਟਾਈਟਲ ਤੁਹਾਡੇ ਨਾਂ ਤੇ ਟ੍ਰਾਂਸਫਰ ਹੋਵੇ ਤੇ ਉਹ ਫ੍ਰੀ ਐਂਡ ਕਲੀਅਰ ਹੋਵੇ। ਸੋ ਇਹ ਸਾਰੇ ਕਲੌਜ਼ ਜਿਹੜੇ ਨੇ ਉਹ ਤੁਹਾਨੂੰ ਪ੍ਰੋਟੈਕਟ ਕਰਦੇ ਨੇ ਐਜ਼ ਅ ਬਾਇਰ, ਐਜ਼ ਅ ਸੈਲਰ, ਐਜ਼ ਐਨ ਏਜੰਟ। ਤੇ ਫਿਰ ਅੱਗੇ ਇੱਕ ਪੇਜ ਆ ਜਾਂਦਾ ਜੀ ਸਿਗਨੇਚਰ ਪੇਜ। ਸਿਗਨੇਚਰ ਪੇਜ ਦਾ ਮਤਲਬ ਇਹ ਹੈ, ਇਸ ਡਾਕੂਮੈਂਟ ਤੇ ਸਾਈਨ ਕਰਨ ਦਾ ਮਤਲਬ ਇਹ ਹੈ ਕਿ ਮੈਨੂੰ ਇਹ ਸਾਰੀਆਂ ਟਰਮਸ ਐਂਡ ਕੰਡੀਸ਼ਨਸ ਜਿਹੜੀਆਂ ਨੇ ਮਨਜ਼ੂਰ ਨੇ, ਔਰ ਮੈਂ
ਆਥੋਰਾਈਜ਼ ਕਰਦਾ ਆ ਬਾਇਰ ਐਂਡ ਸੈਲਰ ਏਜੰਟ ਜਿਹੜੇ ਨੇ ਉਹਨਾਂ ਨੂੰ ਇਸ ਟ੍ਰਾਂਜੈਕਸ਼ਨ ਨੂੰ ਅੱਗੇ ਵਧਾਉਣ ਦਾ। ਫਿਰ ਇਹਦੇ ਵਿੱਚ ਐਗਰੀਮੈਂਟ ਦੇ ਵਿੱਚ ਇੱਕ ਸਕੇਜੂਅਲ ਏ ਲਾਇਆ ਜਾਂਦਾ ਹੈ ਜੀ। ਸਕੇਜੂਅਲ ਏ ਦੇ ਵਿੱਚ ਤੁਸੀਂ ਕੋਈ ਵੀ ਕੰਡੀਸ਼ਨ ਪਾ ਸਕਦੇ। ਮਸਲਨ ਤੁਹਾਨੂੰ ਡਾਊਟ ਹੈ ਕਿ ਤੁਹਾਡੀ ਮੌਰਗੇਜ ਹੋਏਗੀ ਕਿ ਨਹੀਂ ਹੋਏਗੀ, ਕਿਉਂਕਿ ਜਦੋਂ ਤੁਸੀਂ ਕਿਸੇ ਬੈਂਕ ਕੋਲ ਜਾਂਦੇ ਹੋ, ਬੈਂਕ ਕਹਿੰਦਾ ਕਿ ਤੁਹਾਡਾ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਕਿੱਥੇ ਹੈ। ਸੋ ਮੌਰਗੇਜ ਲੈਣ ਵਾਸਤੇ ਜ਼ਰੂਰੀ ਹੈ ਕਿ ਤੁਹਾਡੇ ਕੋਲ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਹੋਵੇ। ਪ੍ਰੀ ਅਪਰੂਵਲ ਇੱਕ ਸਰਟਨ ਅਮਾਉਂਟ ਦਾ ਬੈਂਕ ਤੁਹਾਨੂੰ ਦੇ ਸਕਦਾ, 1.3 ਦਾ ਮੰਨ ਲਓ ਤੁਸੀਂ ਪ੍ਰੀ ਅਪਰੂਵਲ ਲੈਣੇ ਹੋ, ਉਹ ਕੁਝ ਬੈਂਕ ਦੇ ਦਿੰਦੇ ਆ, ਕੁਝ ਬੈਂਕ ਕਹਿੰਦੇ ਆ ਕਿ ਨਹੀਂ ਅਸੀਂ ਅਪਰੂਵਲ ਉਦੋਂ ਹੀ ਦਾਂਗੇ ਜਦੋਂ ਤੁਹਾਡੇ ਕੋਲ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਹੋਏਗਾ। ਮਾਫ ਕਰਨਾ ਜੀ। ਬਟ ਪ੍ਰੀ ਅਪਰੂਵਲ ਤੁਹਾਨੂੰ ਮਿਲ ਜਾਂਦਾ ਕਿ ਉਹਦੇ ਚ ਪ੍ਰਾਪਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਕੰਡੀਸ਼ਨਸ ਜਿਹੜੀਆਂ ਨੇ ਉਹ ਸੈਟੀਸਫਾਈ ਕਰ ਲਈਆਂ ਜਾਂਦੀਆਂ ਕਿ ਤੁਹਾਡਾ ਕ੍ਰੈਡਿਟ ਸਕੋਰ ਠੀਕ ਹੈ, ਤੁਹਾਡੀ ਜੌਬ ਪ੍ਰੋਫਾਈਲ ਠੀਕ ਹੈ, ਤੁਹਾਡੀਆਂ ਰੇਸ਼ੀਓਜ਼ ਜਿਹੜੀਆਂ ਨੇ ਉਹ ਵਰਕਆਊਟ ਕਰਦੀਆਂ ਨੇ, ਡੈਟ ਤੁਸੀਂ ਕਿੰਨਾ ਲੈ ਸਕਦੇ ਹੋ। ਸੋ ਜਦੋਂ ਇਹ ਐਗਰੀਮੈਂਟ ਕਰਨ ਲੱਗੀਏ ਤਾਂ ਫਿਰ ਅਸੀਂ ਮੋਸਟਲੀ ਜਿਹੜੀਆਂ 2-3 ਕੰਡੀਸ਼ਨਸ ਮੋਟੀਆਂ-ਮੋਟੀਆਂ ਮੈਂ ਦੱਸਦਾ ਹਾਂ ਕਿ ਇੱਕ ਤਾਂ ਮੌਰਗੇਜ ਦੀ ਕੰਡੀਸ਼ਨ ਹੁੰਦੀ ਹੈ ਜੀ ਮੋਸਟ ਐਗਰੀਮੈਂਟਸ ਦੇ ਵਿੱਚ। ਪਿੱਛੇ ਕਿਉਂਕਿ ਮਲਟੀਪਲ ਆਫਰਸ ਹੋ ਰਹੀਆਂ ਸੀ ਔਰ ਹੁਣ ਜੋ ਅਸੀਂ ਦੇਖ ਰਹੇ ਹਾਂ ਕਿ ਇਹ ਰੁਝਾਨ ਹੁਣ ਫਿਰ ਵਾਪਸ ਆ ਰਿਹਾ, ਡਿਮਾਂਡ ਜ਼ਿਆਦਾ ਤੇ ਸਪਲਾਈ ਘੱਟ ਹੈ। ਹੁਣ ਕੱਲ ਵੀ 2 ਪ੍ਰਾਪਰਟੀ ਸੀਗੀਆਂ ਬਰੈਂਪਟਨ ਦੇ ਵਿੱਚ ਵਿਕੀਆਂ, ਇੱਕ ਦੇ ਉੱਤੇ 27 ਆਫਰਸ ਸੀਗੀਆਂ, ਇੱਕ ਦੇ ਉੱਤੇ 20 ਆਫਰਸ ਸੀਗੀਆਂ। ਸੋ ਅਸੀਂ ਵਾਪਸ ਉਸ ਟ੍ਰੈਂਡ ਵੱਲ ਵੱਧ ਰਹੇ ਹਾਂ। ਉਹ ਆਫਰਸ ਕਿਹੜੀਆਂ ਐਕਸੈਪਟ ਹੋਣਗੀਆਂ ਹੁਣ ਆਬਵੀਅਸਲੀ ਕਿ ਜਿਨ੍ਹਾਂ ਵਿੱਚ ਕੋਈ ਕੰਡੀਸ਼ਨ ਨਹੀਂ ਹੋਏਗੀ। ਸੋ ਕੰਡੀਸ਼ਨ ਜਿਹੜੀ ਯੂਜੂਅਲੀ ਪਾਈ ਜਾਂਦੀ ਹੈ ਉਹ ਜਾਂ ਤਾਂ ਮੌਰਗੇਜ ਦੀ ਪਾਈ ਜਾਂਦੀ ਹੈ ਤੇ ਜਾਂ ਫਿਰ ਹੋਮ ਇਨਸਪੈਕਸ਼ਨ ਦੀ ਪਾਈ ਜਾਂਦੀ ਹੈ। ਇਹਦੇ ਵਿੱਚ ਤੁਸੀਂ ਆਪਣੀ ਲੋੜ ਦੇ ਮੁਤਾਬਕ ਔਰ ਜੇ ਦੋਵੇਂ ਪਾਰਟੀਆਂ ਐਗਰੀ ਕਰਦੀਆਂ ਕੋਈ ਵੀ ਕੰਡੀਸ਼ਨ ਪਾ ਸਕਦੇ ਕਿ ਮਸਲਨ ਮੈਂ ਇਹ ਚਾਹੁੰਦਾ ਕਿ ਮੈਂ ਤੁਹਾਡਾ ਘਰ ਉਦੋਂ ਹੀ ਫਾਈਨਲ ਕਰਾਂਗਾ ਜਦੋਂ ਮੇਰੀ ਪ੍ਰਾਪਰਟੀ ਵਿਕ ਜਾਏਗੀ, ਇਹ ਕੰਡੀਸ਼ਨ ਵੀ ਤੁਸੀਂ ਪਾ ਸਕਦੇ ਹੋ। ਸਲੋ ਮਾਰਕੀਟ ਦੇ ਵਿੱਚ ਯੂਜੂਅਲੀ ਇਹ ਕੰਡੀਸ਼ਨ ਵੀ ਪੈ ਜਾਂਦੀ ਹੈ। ਠੀਕ ਹੈ। ਸੋ ਇਹਦੇ ਵਿੱਚ ਫਿਰ ਤੁਹਾਨੂੰ ਕਲੋਜ਼ਿੰਗ ਡੇਟ ਤੁਸੀਂ ਕਿਸ ਤਰੀਕੇ ਨਾਲ ਦੇ ਸਕਦੇ ਹੋ, ਕਿਉਂਕਿ ਤੁਹਾਨੂੰ ਪਤਾ ਨਹੀਂ ਕਿ ਤੁਹਾਡੀ ਪ੍ਰਾਪਰਟੀ ਹਜੇ ਕਦੋਂ ਤੱਕ ਵਿਕ ਸਕਦੀ ਹੈ। ਨਹੀਂ ਜੀ, ਦੇਖੋ ਕਲੋਜ਼ਿੰਗ ਡੇਟ ਜਿਹੜੀ ਆ ਉਹ ਇੱਕ ਸੈੱਟ ਹੋ ਜਾਏਗੀ ਕਿ ਮੰਨ ਲਓ ਅਸੀਂ 3 ਮਹੀਨੇ ਦੀ ਕਲੋਜ਼ਿੰਗ ਰੱਖ ਲਈ ਹੈ ਤੇ ਜਿਹੜੀ ਮੇਰੀ ਪ੍ਰਾਪਰਟੀ ਦੀ ਸੇਲ ਆ ਉਹਦੀ ਕੰਡੀਸ਼ਨ 2 ਮਹੀਨੇ ਦੀ ਹੈ। ਠੀਕ ਹੈ ਕਿ ਉਸ ਤੋਂ ਬਾਅਦ 1 ਮਹੀਨਾ ਤੁਹਾਨੂੰ ਜਿਹੜਾ ਉਹ ਹੋਰ ਮਿਲ ਜਾਵੇ, ਕਿਉਂਕਿ ਆਬਵੀਅਸਲੀ ਜਦੋਂ ਮੇਰੀ ਪ੍ਰਾਪਰਟੀ ਸੇਲ ਹੋਏਗੀ ਫਿਰ ਉਹਦੀ ਕਲੋਜ਼ਿੰਗ ਵੀ ਹੋਣੀ ਹੈ। ਜੇ ਉਹਦੀ ਕਲੋਜ਼ਿੰਗ ਟਾਈਮ ਸਿਰ ਨਹੀਂ ਹੁੰਦੀ ਤੇ ਮੈਨੂੰ ਜਿਹੜੀ ਬ੍ਰਿਜ ਫਾਈਨੈਂਸਿੰਗ ਅਰੇਂਜ ਕਰਨੀ ਪੈਣੀ ਹੈ। ਸੋ ਇਹ ਸਾਰੇ ਜਿਹੜੇ ਆ ਇਹ ਹੈਂਡ ਇਨ ਹੈਂਡ ਚੱਲਦੇ ਆ ਜੀ। ਠੀਕ ਹੈ ਜੀ। ਇਹ ਤਾਂ ਨਾਲ ਦੀ ਨਾਲ ਅਸੀਂ ਕਲੌਜ਼ ਦੀ ਜਾਣਕਾਰੀ ਦੇ ਰਹੇ ਹਾਂ ਕਿ ਕਿੰਨਾ ਜ਼ਰੂਰੀ ਹੈ ਹਰ ਚੀਜ਼ ਦੇ ਬਾਰੇ ਵਿੱਚ ਡਿਟੇਲ ਦੇ ਵਿੱਚ ਜਾਣਨਾ। ਸੋ ਮੈਜੋਰਟੀ ਆਫ ਦਾ ਟਾਈਮਸ ਤਾਂ ਲਾਇਰ ਵੀ ਇਹ ਚੀਜ਼ਾਂ ਸਮਝਾਉਂਦੇ ਹੋਣਗੇ ਤੁਹਾਨੂੰ। ਦੇਖੋ ਜੀ, ਲਾਇਰ ਤੋਂ ਪਹਿਲਾਂ ਜਿਹੜਾ ਇਹ ਰੀਅਲ ਸਟੇਟ ਤੁਹਾਡਾ ਜਿਹੜਾ ਪ੍ਰੋਫੈਸ਼ਨਲ ਆ ਉਹਦੀ ਡਿਊਟੀ ਹੈਗੀ ਹੈ, ਕਿਉਂਕਿ ਬਾਇਰ ਨੂੰ ਪ੍ਰੋਟੈਕਟ ਕਰਨਾ ਬਾਇਰਸ ਏਜੰਟ ਦੀ ਡਿਊਟੀ ਹੈਗੀ ਹੈ। ਠੀਕ ਹੈ ਕਿ ਉਹ ਹਰ ਇੱਕ ਤਰੀਕੇ ਦੇ ਨਾਲ ਪ੍ਰੋਟੈਕਟ ਹੋਵੇ। ਕੱਲ ਨੂੰ ਕੋਈ ਐਸੀ ਚੀਜ਼ ਨਾ ਹੋਵੇ ਜਿਹਦੇ ਕਰਕੇ, ਜਿਵੇਂ ਹੁਣ ਮੈਂ ਦੱਸਿਆ ਕਿ ਕੀ ਇਨਕਲੂਡਡ ਹੈ ਤੇ ਕੀ ਐਕਸਕਲੂਡਡ ਹੈ। ਅਲਟੀਮੇਟਲੀ ਤਾਂ ਉਹਦਾ ਫਾਇਦਾ ਜਾਂ ਨੁਕਸਾਨ ਬਾਇਰ ਨੂੰ ਹੀ ਹੋਣਾ ਹੈ ਜੀ, ਕਿਉਂਕਿ ਬਾਇਰ ਨੇ ਸਮਝਿਆ ਸੀ ਕਿ ਜਿਹੜਾ ਸੈਂਟਰਲ ਵੈਕਿਊਮ ਹੈ ਉਹ ਵਿੱਚ ਇਨਕਲੂਡਡ ਹੈਗਾ ਆ, ਪਰ ਐਗਰੀਮੈਂਟ ਦੇ ਵਿੱਚ ਨਹੀਂ ਲਿਖਿਆ ਹੈਗਾ। ਸੋ ਹੁਣ ਇਹ ਸੈਲਰ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਇਸ ਚੀਜ਼ ਦਾ, ਮੈਂ ਤਾਂ ਇਹ ਕਹੂੰਗਾ ਕਿ ਫਾਇਦਾ ਲੈ ਜਾਂਦਾ ਕਿ ਐਗਰੀਮੈਂਟ ਦੇ ਵਿੱਚ ਨਹੀਂ ਹੈਗਾ। ਸੋ ਮੈਂ ਆਪਣਾ, ਕਿਉਂਕਿ $1,000-1,500 ਵੀ ਜਿਹੜਾ ਇੱਕ ਛੋਟਾ ਅਮਾਉਂਟ ਨਹੀਂ ਹੈ। ਸੋ ਇਹ ਐਗਰੀਮੈਂਟ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਪ੍ਰੋਟੈਕਟ ਕਰਦਾ ਆ ਜੀ। ਸੋ ਉਸ ਹਿਸਾਬ ਨਾਲ ਆਪਾਂ ਜਦੋਂ ਵੀ ਕੋਈ ਟ੍ਰਾਂਜੈਕਸ਼ਨ ਕਰੀਏ ਮੇਕ ਸ਼ੋਰ ਕਰੋ ਕਿ ਆਪਾਂ ਚੰਗੀ ਤਰ੍ਹਾਂ, ਵੈਸੇ ਤਾਂ ਇਹ ਤੁਹਾਡੇ ਰੀਅਲ ਸਟੇਟ ਪ੍ਰੋਫੈਸ਼ਨਲ ਦੀ ਡਿਊਟੀ ਹੈ,
ਪਰ ਤੁਹਾਨੂੰ ਆਪ ਨੂੰ ਵੀ ਪਤਾ ਹੋਣਾ ਚਾਹੀਦਾ ਹੁਣ, ਕਿਉਂਕਿ ਇੰਨੀ ਜ਼ਿਆਦਾ ਇਨਫੋਰਮੇਸ਼ਨ ਜਿਹੜੀ ਆ ਉਹ ਤੁਸੀਂ ਗੂਗਲ ਤੇ ਟਾਈਪ ਕਰੋ ਤੇ ਤੁਹਾਨੂੰ ਇਹ ਐਗਰੀਮੈਂਟ ਉੱਥੇ ਮਿਲ ਜਾਣਗੇ। ਓਕੇ, ਠੀਕ ਹੈ। ਬਟ ਗੱਲ ਉਹੀ ਆ ਜਾਂਦੀ ਹੈ ਕਿ ਜਿੰਨੇ ਸਾਲ ਦੇ ਵਿੱਚ ਜਾਂ 5 ਸਾਲ ਬਾਅਦ ਇੱਕ ਵਾਰੀ ਘਰ ਬਾਏ ਕਰਨਾ ਹੈ ਵਰਸਸ ਜਿਹੜੇ ਰੀਅਲ ਸਟੇਟ ਪ੍ਰੋਫੈਸ਼ਨਲ ਜਿਹੜੇ ਹਰ ਰੋਜ਼ ਇਹ ਕੰਮ ਕਰਦੇ ਆ, ਸੋ ਡਿਫਰੈਂਸ ਤਾਂ ਆ ਹੀ ਜਾਂਦਾ ਜੀ। ਇੱਕ ਆਮ ਪਰਸਨ ਨੂੰ ਤਾਂ ਇਹ ਨਹੀਂ ਪਤਾ ਹੋਣਾ ਕਿਹੜੇ ਕਿਹੜੇ ਜਿਹੜੇ ਐਗਰੀਮੈਂਟਸ ਨੇ ਸਾਨੂੰ ਸਾਈਨ ਕਰਨੇ ਪੈਂਦੇ ਨੇ, ਸਰਚ ਤਾਂ ਉਹ ਤਾਂ ਕਰਨਗੇ। ਪਹਿਲੀ ਗੱਲ ਤਾਂ ਇਹ ਹੈ ਜੀ ਕਿ ਉਹਨਾਂ ਨੂੰ ਐਕਸੈਸ ਨਹੀਂ ਹੈ। ਜਦੋਂ ਤੁਸੀਂ ਲਾਇਸੈਂਸਡ ਹੁੰਦੇ ਹੋ ਇਹ ਫਾਰਮਸ ਤੁਹਾਨੂੰ ਮਤਲਬ ਉਦੋਂ ਹੀ ਐਕਸੈਸ ਹੁੰਦੇ। ਮੈਂ ਗੂਗਲ ਤੇ ਤੁਹਾਨੂੰ ਇਹ ਇਸ ਲਈ ਕਹਿ ਰਿਹਾ ਸੀ ਕਿ ਉੱਥੇ ਤੁਹਾਨੂੰ ਇਮੇਜ ਉਹਦੀ ਮਿਲ ਜਾਏਗੀ, ਠੀਕ ਹੈ, ਲੇਕਿਨ ਇੱਕ ਫਿਲੇਬਲ ਫਾਰਮ ਜਿਹੜਾ ਉਹ ਤੁਹਾਨੂੰ ਨਹੀਂ ਮਿਲੇਗਾ। ਠੀਕ ਹੈ, ਜੇ ਮਿਲ ਵੀ ਜਾਏਗਾ ਤੇ ਫਿਰ ਤੁਹਾਨੂੰ ਉਹ ਪੂਰੀ ਜਾਣਕਾਰੀ ਨਹੀਂ ਹੋਏਗੀ ਕਿ ਉਹਨੂੰ ਕਿਵੇਂ ਭਰਨਾ ਹੈ। ਜੀ ਬਿਲਕੁਲ। ਸੋ ਜਿਹੜੇ ਲੋਕੀ ਕਹਿੰਦੇ ਨੇ ਕਿ ਅਸੀਂ ਆਪਣੇ ਆਪ ਆਪਣਾ ਘਰ ਵੇਚਾਂਗੇ, ਕਾਫੀ ਚੀਜ਼ਾਂ ਨੇ ਜਿਹਦੇ ਬਾਰੇ ਵਿੱਚ ਉਹਨਾਂ ਨੂੰ ਜਾਣਕਾਰੀ ਨਹੀਂ ਹੁੰਦੀ ਤੇ ਬਾਅਦ ਚੋਂ ਇਹਨਾਂ ਚੀਜ਼ਾਂ ਦਾ ਖਾਮਿਆਜ਼ਾ ਭੁਗਤਣਾ ਪੈਂਦਾ ਆ। ਬਿਲਕੁਲ ਜੀ। ਦੇਖੋ, ਜੇ ਤਾਂ ਤੁਸੀਂ ਸੀਜ਼ਨਡ ਸੈਲਰ ਹੈਗੇ ਹੋ, ਤੁਸੀਂ 5-7 ਵਾਰ ਇਹ ਪ੍ਰੋਸੈਸ ਦੇ ਵਿੱਚੋਂ ਲੰਘੇ ਹੋ, ਤਾਂ ਤੁਸੀਂ ਕਾਫੀ ਹੱਦ ਤੱਕ ਇਹ ਚੀਜ਼ਾਂ ਨੂੰ ਮਿਨੀਮਾਈਜ਼ ਕਰ ਜਾਂਦੇ ਹੋ, ਕਿਉਂਕਿ ਐਗਰੀਮੈਂਟ ਜਿਹੜਾ ਉਹ ਲਾਇਰ ਨੇ ਹੀ ਕਰਨਾ ਹੁੰਦਾ। ਤੁਸੀਂ ਲਾਇਰ ਤੋਂ ਐਗਰੀਮੈਂਟ ਕਰਵਾ ਸਕਦੇ ਹੋ, ਜਾਂ ਤੁਹਾਡੇ ਕੋਈ ਜਾਣਕਾਰ ਰੀਅਲਟਰ ਹੈਗੇ ਆ ਜਿਨ੍ਹਾਂ ਤੋਂ ਤੁਸੀਂ ਮਤਲਬ ਆਮ ਸੇਵਾਵਾਂ ਲੈਂਦੇ ਹੋ, ਉਹ ਵੀ ਤੁਹਾਡੇ ਲਈ ਇਹ ਐਗਰੀਮੈਂਟ ਬਣਾ ਕੇ ਦੇ ਸਕਦੇ ਆ ਤੁਹਾਨੂੰ। ਸੋ ਆਪਣੇ ਆਪ ਮੈਂ ਇਹੀ ਕਹੂੰਗਾ ਕਿ ਆਪਣੇ ਆਪ ਕਰਨ ਨਾਲੋਂ ਉਸ ਪ੍ਰੋਫੈਸ਼ਨਲ ਦੀਆਂ ਸੇਵਾਵਾਂ ਲਈਆਂ ਜਾਣ ਜਿਹੜਾ ਇਹਨੂੰ ਹਰ ਰੋਜ਼ ਕਰਦਾ। ਜੀ ਬਿਲਕੁਲ ਜੀ। ਸੋ ਆਪਾਂ ਨੈਕਸਟ ਆਪਾਂ ਨਾਲ ਦੀ ਨਾਲ ਜਾਣਕਾਰੀ ਦੇ ਰਹੇ ਹਾਂ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਕੁਝ ਡਿਟੇਲ ਦੇ ਵਿੱਚ ਅੱਜ ਜਾਣਕਾਰੀ ਦਿੱਤੀ ਜਾ ਸਕੇ। ਸਰ, ਵੈਸੇ ਜਿਵੇਂ ਤੁਸੀਂ ਰੀਅਲ ਸਟੇਟ ਦੀ ਗੱਲ ਕਰਦੇ ਪਏ ਸੀ, ਦੁਬਾਰਾ ਹੁਣ ਮਤਲਬ ਉਹ ਟ੍ਰੈਂਡ ਆਉਣਾ ਸ਼ੁਰੂ ਹੋ ਚੁੱਕਿਆ ਕਿ ਜਿਹੜੀ ਆ ਇੱਕ ਤੋਂ ਵੱਧ ਜਿਹੜੀਆਂ ਇਸ ਵਕਤ ਅਸੀਂ ਦੇਖ ਰਹੇ ਹਾਂ ਮਲਟੀਪਲ ਆਫਰਸ ਆ ਰਹੀਆਂ ਨੇ। ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਹੁਣ ਅਸੀਂ ਕਹਿ ਸਕਦੇ ਹਾਂ ਕਿ ਘਰਾਂ ਦੀਆਂ ਕੀਮਤਾਂ ਵੀ ਉੱਪਰ ਨੂੰ ਹੋਣ ਜਾ ਰਹੀਆਂ ਨੇ। ਦੇਖੋ ਜੀ, ਫਰਕ ਤਾਂ ਪੈ ਗਿਆ। ਆਪਾਂ ਪਿਛਲੇ ਪ੍ਰੋਗਰਾਮਾਂ 'ਚ ਵੀ ਇਹ ਗੱਲ ਕੀਤੀ ਸੀਗੀ ਕਿ ਜਿਹੜਾ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਵਰਡ ਯੂਜ਼ ਕਰਦੇ ਰੀਬਾਊਂਡ, ਕਿ ਪ੍ਰਾਈਸਿਸ ਰੀਬਾਊਂਡ ਹੋਣੀਆਂ ਸ਼ੁਰੂ ਹੋ ਗਈਆਂ। ਔਰ ਵੈਸੇ ਵੀ ਸਰਦੀਆਂ ਦੇ ਵਿੱਚ ਥੋੜੀ ਜੀ ਐਕਟੀਵਿਟੀ ਘਟਦੀ ਹੈ, ਸਪ੍ਰਿੰਗ ਦੇ ਵਿੱਚ ਆ ਕੇ ਐਕਟੀਵਿਟੀ ਜਿਹੜੀ ਆ ਉਹ ਜ਼ਿਆਦਾ ਵੱਧ ਜਾਂਦੀ ਹੈ। ਸੋ ਇਹ ਵੀ ਇੱਕ ਫੈਕਟਰ ਹੈਗਾ ਕਿ ਸਪ੍ਰਿੰਗ ਦੇ ਵਿੱਚ ਜ਼ਿਆਦਾ ਐਕਟੀਵਿਟੀ ਹੁੰਦੀ ਹੈ, ਸੋ ਅਸੀਂ ਮਾਰਕੀਟ ਦੇ ਵਿੱਚ ਹਲਚਲ ਜ਼ਿਆਦਾ ਦੇਖ ਰਹੇ ਹਾਂ। ਲੇਕਿਨ ਡੈਫੀਨਿਟਲੀ ਜਿਹੜੀਆਂ ਖਾਸ ਕਰਕੇ ਛੋਟੀਆਂ ਪ੍ਰਾਪਰਟੀਆਂ ਹੈਗੀਆਂ ਉਹਨਾਂ ਦੇ ਉੱਤੇ ਜੇ ਉਹ ਠੀਕ ਮਾਰਕੀਟ ਪ੍ਰਾਈਸ ਦੇ ਉੱਤੇ ਲਿਸਟਡ ਹੈਗੀਆਂ ਜਾਂ ਮਾਰਕੀਟ ਪ੍ਰਾਈਸ ਤੋਂ ਬਿਲੋ ਲਿਸਟਡ ਹੈਗੀਆਂ ਤਾਂ ਉਹਨਾਂ ਤੇ ਮਲਟੀਪਲ ਆਫਰਸ ਹੋਣੀਆਂ ਕਾਫੀ ਸ਼ੁਰੂ ਹੋ ਗਈਆਂ। ਜੀ ਬਿਲਕੁਲ ਸਰ, ਆਪਾਂ ਨਾਲ ਦੀ ਨਾਲ ਜਿਵੇਂ ਜਾਣਕਾਰੀ ਦੇ ਰਹੇ ਸੀਗੇ, ਜਿਹੜਾ ਇਸ ਵਕਤ ਤੁਸੀਂ ਸਪ੍ਰਿੰਗ ਦੀ ਗੱਲ ਕੀਤੀ ਹੈ ਕਿ ਸਪ੍ਰਿੰਗ ਦੇ ਵਿੱਚ ਇਸ ਵਕਤ ਥੋੜ੍ਹੀਆਂ ਜਿਹੀਆਂ ਐਕਟੀਵਿਟੀਜ਼ ਹੋਰ ਜ਼ਿਆਦਾ ਵੱਧ ਚੁੱਕੀਆਂ ਨੇ। ਸੋ ਜੇ ਇਹਦੇ ਵਿੱਚ ਲਿਸਟਿੰਗਸ ਤਾਂ ਆਉਣੀਆਂ ਹੀ ਹੈਗੀਆਂ ਨੇ, ਤਾਂ ਕੀ ਪ੍ਰੀ ਕੰਸਟਰਕਸ਼ਨ ਜਿਹੜੀਆਂ ਇਸ ਵਕਤ ਆ ਰਹੀਆਂ ਨੇ, ਜਾਂ ਤੁਸੀਂ ਕਹਿ ਰਹੇ ਸੀ ਲਾਸਟ ਟਾਈਮ ਵੀ ਦੱਸਿਆ ਸੀ ਕਿ ਇਨਸੈਂਟਿਵਸ ਹਜੇ ਮਿਲ ਰਹੇ ਨੇ ਬਿਲਡਰਸ ਦੇ ਵੱਲੋਂ, ਕੀ ਅਜੇ ਵੀ ਉਹ ਜਾਰੀ ਨੇ, ਇਸ ਚੀਜ਼ ਦਾ ਫਾਇਦਾ ਚੱਕਿਆ ਜਾ ਸਕਦਾ ਆ? ਕਾਫੀ ਮਾਫ ਕਰਨਾ ਜੀ, ਕਾਫੀ ਬਿਲਡਰਸ ਜਿਹੜੇ ਨੇ ਉਹ ਇਨਸੈਂਟਿਵਸ ਹਜੇ ਵੀ ਦੇ ਰਹੇ ਨੇ। ਪਰ ਜਿਵੇਂ ਆਪਾਂ ਗੱਲ ਪਹਿਲਾਂ ਵੀ ਕੀਤੀ ਕਿ ਜਿਵੇਂ ਜਿਵੇਂ ਮਾਰਕੀਟ ਇੰਪਰੂਵ ਹੋਏਗੀ, ਜਿਵੇਂ ਜਿਵੇਂ ਮਾਰਕੀਟ ਬਾਇਰਸ ਮਾਰਕੀਟ ਤੋਂ ਸੈਲਰਸ ਮਾਰਕੀਟ ਵੱਲ ਵਧੇਗੀ, ਇਹ ਇਨਸੈਂਟਿਵਸ ਜਿਹੜੇ ਨੇ ਉਵੇਂ ਉਵੇਂ ਘਟਦੇ ਜਾਣਗੇ। ਔਰ ਜੇ ਅਸੀਂ ਵਾਪਸ ਉਸੇ ਸਿਚੁਏਸ਼ਨ 'ਚ ਪਹੁੰਚਦੇ ਹਾਂ ਜੋ ਅੱਜ ਤੋਂ ਸਾਲ 1.5 ਸਾਲ ਪਹਿਲਾਂ ਸੀਗੀ, ਤੇ ਇਹ ਇਨਸੈਂਟਿਵਸ ਬਿਲਡਰਸ ਜਿਹੜੇ ਆ ਉਹ ਦੇਣੇ ਬੰਦ ਵੀ ਕਰ ਦੇਣਗੇ। ਰੇਟ ਆਫ ਇੰਟਰਸਟ ਦਾ ਤੁਹਾਨੂੰ ਅੱਗੇ ਹੁਣ ਕੀ ਲੱਗ ਰਿਹਾ ਵਾ, ਕੀ ਚਾਂਸਸ ਲੱਗ ਰਿਹਾ ਕਿ ਇੱਥੇ ਹੀ ਸਟੇਬਲ ਰਹੇਗੀ, ਪੌਜ਼ ਰਹੇਗੀ, ਜਾਂ ਹੁਣ ਘਟਣ ਵੱਲ ਨੂੰ ਵੀ ਅੱਗੇ ਵੱਧ ਸਕਦੀ ਹੈ? ਦੇਖੋ, ਜਿਹੜੇ ਪਿਛਲੇ 2 ਇੰਕਰੀਮੈਂਟਸ ਹੋਣੇ ਸੀ ਉਹ ਬੈਂਕ ਆਫ ਕੈਨੇਡਾ ਨੇ ਨਹੀਂ ਕੀਤੇ। ਜਿਹੜੇ ਇਨਫਲੇਸ਼ਨ ਦੇ ਨੰਬਰਸ ਨੇ ਉਹ ਵੀ ਕਾਫੀ ਹੱਦ ਤੱਕ ਜਿਹੜੇ ਆ ਜਿਵੇਂ ਕਹ ਲਓ ਕਿ ਪਕੜ ਦੇ ਵਿੱਚ ਆ ਰਹੇ ਆ ਇਹਨਾਂ ਦੇ। ਸੋ ਇੰਡੀਕੇਸ਼ਨ ਤਾਂ ਇਹੀ ਹੈ ਕਿ ਹੁਣ ਹੋਰ ਇੰਟਰਸਟ ਰੇਟ ਸ਼ਾਇਦ ਨਾ ਵਧਣ। ਔਰ ਜਿਵੇਂ ਟੀਡੀ ਨੇ ਅਨਾਉਂਸ ਕੀਤਾ ਹੈ ਕਿ ਉਹਨਾਂ ਦਾ ਜਿਹੜਾ ਫਿਕਸਡ ਮਾਰਗੇਜ ਰੇਟ ਹੈ ਉਹ ਉਹਨਾਂ ਨੇ ਥੋੜਾ ਜਿਹਾ ਰਿਡਿਊਸ ਕੀਤਾ ਹੈ। ਸੋ ਇੰਡੀਕੇਸ਼ਨਸ ਤਾਂ ਇਹੀ ਆ ਰਹੀਆਂ ਡਾਟਾ ਤੋਂ ਕਿ ਜਿਹੜੇ ਅੱਗੇ ਇੰਟਰਸਟ ਰੇਟਸ ਨੇ ਜੇ ਇਸ ਸਾਲ ਨਹੀਂ ਤਾਂ ਡੈਫੀਨਿਟਲੀ ਅਗਲੇ ਸਾਲ ਦੇ ਵਿੱਚ ਥੱਲੇ ਜ਼ਰੂਰ ਆਉਣਗੇ। ਜੀ ਬਿਲਕੁਲ। ਤੇ ਆਪਾਂ ਕੁਝ ਫਾਰਮਸ ਦੇ ਬਾਰੇ ਵਿੱਚ ਜਾਣਕਾਰੀ ਦੇ ਰਹੇ ਸੀ ਸਾਡੇ ਦਰਸ਼ਕਾਂ ਨੂੰ, ਤੇ ਅਗਲਾ ਆਪਾਂ ਕਿਹੜੇ ਫਾਰਮ ਦੇ ਬਾਰੇ ਵਿੱਚ ਜਾਣਕਾਰੀ ਦੇ ਰਹੇ ਹਾਂ ਉਹਨਾਂ ਨੂੰ?
ਅਗਲਾ ਫਾਰਮ ਜਿਹੜਾ ਜੀ ਉਹ ਫਾਰਮ 320 ਹੈਗਾ ਓਰੀਆ ਦਾ, ਓਨਟਾਰੀਓ ਰੀਅਲ ਸਟੇਟ ਐਸੋਸੀਏਸ਼ਨ ਦਾ। ਇਹ ਫਾਰਮ ਜਿਹੜਾ ਜਦੋਂ ਆਫਰ ਆਪਾਂ ਪਾਉਂਦੇ ਆ ਕਿਸੇ ਉਹਦੇ ਉੱਤੇ ਪ੍ਰਾਪਰਟੀ ਦੇ ਉੱਤੇ, ਤੇ ਫਾਰਮ 100 ਦੇ ਨਾਲ ਇੱਕ ਫਾਰਮ ਕਨਫਰਮੇਸ਼ਨ ਆਫ ਕੋਆਪਰੇਸ਼ਨ ਐਂਡ ਰਿਪਰੈਜ਼ੈਂਟੇਸ਼ਨ ਇਹ ਲਾਈ ਜਾਂਦੀ ਹੈ ਜੀ। ਇਹਦੇ ਚ ਇਹ ਆਇਡੈਂਟੀਫਾਈ ਕੀਤਾ ਜਾਂਦਾ ਹੈ ਕਿ ਜਿਹੜਾ ਕਮਿਸ਼ਨ ਹੈ ਉਹ ਕਿਵੇਂ ਪੇ ਹੋਏਗਾ ਔਰ ਕਿਹਨੂੰ ਕਿੰਨਾ ਕਮਿਸ਼ਨ ਮਿਲ ਰਿਹਾ ਹੈ, ਤਾਂ ਕਿ ਬਾਇਰ ਨੂੰ ਵੀ ਔਰ ਸੈਲਰ ਨੂੰ ਵੀ ਪਤਾ ਹੋਏ ਕਿ ਇਸ ਟ੍ਰਾਂਜੈਕਸ਼ਨ ਦੇ ਵਿੱਚ ਜਿਹੜਾ ਇਹ ਮੇਨ ਜਿਹੜਾ ਮੁੱਦਾ ਕਮਿਸ਼ਨ ਦਾ ਆ ਉਹ ਇਹਦੇ ਚ ਐਡਰੈਸ ਕੀਤਾ ਜਾਂਦਾ ਆ। ਉਹਦੇ ਚ ਇਹ ਵੀ ਦੱਸਿਆ ਜਾਂਦਾ ਕਿ ਇਹ ਕਿਤੇ ਮਲਟੀਪਲ ਰਿਪਰੈਜ਼ੈਂਟੇਸ਼ਨ ਹੈ ਜਾਂ ਇਹਦੇ ਚ ਕੋਆਪਰੇਸ਼ਨ ਦੋ ਡਿਫਰੈਂਟ ਬ੍ਰੋਕਰੇजेस ਜਿਹੜੀਆਂ ਨੇ ਉਹ ਕੋਆਪਰੇਟ ਕਰ ਰਹੀਆਂ ਨੇ। ਮਲਟੀਪਲ ਰਿਪਰੈਜ਼ੈਂਟੇਸ਼ਨ ਬਾਰੇ ਮੈਂ ਥੋੜਾ ਜਿਹਾ ਦੱਸਣਾ ਚਾਹਾਂਗਾ ਇੱਥੇ ਕਿ ਮਲਟੀਪਲ ਰਿਪਰੈਜ਼ੈਂਟੇਸ਼ਨ ਦਾ ਮਤਲਬ ਹੈ ਕਿ ਜਦੋਂ ਇੱਕ ਬ੍ਰੋਕਰੇਜ ਦੋਵਾਂ ਨੂੰ, ਬਾਇਰ ਨੂੰ ਵੀ ਤੇ ਸੈਲਰ ਨੂੰ ਵੀ ਰਿਪਰੈਜ਼ੈਂਟ ਕਰ ਰਹੀ ਹੋਵੇ। ਬਾਇਰ ਮੰਨ ਲਓ ਕਿ ਮੈਂ ਕੋਈ ਪ੍ਰਾਪਰਟੀ ਲਿਸਟ ਕੀਤੀ ਹੈ, ਤੁਸੀਂ ਬਾਇਰ ਹੋ, ਤੁਸੀਂ ਮੈਨੂੰ ਡਾਇਰੈਕਟਲੀ ਅਪਰੋਚ ਕਰਦੇ ਹੋ ਕਿ ਮੈਂ ਇਹ ਘਰ ਲੈਣ ਦੇ ਵਿੱਚ ਇੰਟਰਸਟਿਡ ਹਾਂ। ਸੋ ਮੈਨੂੰ ਇਹ ਡਿਸਕਲੋਜ਼ ਕਰਨਾ ਪਏਗਾ ਐਜ਼ ਅ ਰੀਅਲਟਰ ਕਿ ਮੈਂ ਦੋਵਾਂ ਨੂੰ ਰਿਪਰੈਜ਼ੈਂਟ ਕਰ ਰਿਹਾ। ਤੁਹਾਨੂੰ ਤਾਂ ਖੈਰ ਇਹ ਪਤਾ ਹੀ ਹੈ ਕਿ ਮੈਂ ਇਹ ਲਿਸਟ ਕੀਤਾ ਹੋਇਆ ਘਰ, ਬਟ ਇਨ ਰਾਈਟਿੰਗ ਤੁਹਾਨੂੰ ਵੀ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਮੈਂ ਦੋਵਾਂ ਸਾਈਡਾਂ ਨੂੰ ਰਿਪਰੈਜ਼ੈਂਟ ਕਰ ਰਿਹਾ। ਠੀਕ ਹੈ। ਸੋ ਇਹ ਫਾਰਮ ਉਹਨਾਂ ਸਾਰੇ ਇਸ਼ੂਜ਼ ਨੂੰ ਐਡਰੈਸ ਕਰਦਾ ਆ। ਕਈ ਵਾਰੀ ਇਹ ਅਰੇਂਜਮੈਂਟ ਕੀਤਾ ਜਾਂਦਾ ਹੈ ਸੈਲਰ ਔਰ ਬ੍ਰੋਕਰੇਜ ਦੇ ਵਿੱਚ ਕਿ ਜੇ ਕੋਈ ਬਾਹਰਲਾ ਏਜੰਟ ਨਹੀਂ ਇਨਵੋਲਵਡ ਹੈਗਾ ਤਾਂ ਕਮਿਸ਼ਨ ਥੋੜਾ ਜਿਹਾ ਘੱਟ ਹੋਏਗਾ। ਓਕੇ, ਉਹਦਾ ਸਾਰਿਆਂ ਨੂੰ ਹੀ ਫਾਇਦਾ ਹੈ ਜੀ। ਦੇਖੋ ਅਲਟੀਮੇਟਲੀ ਜਿਹੜਾ ਕਮਿਸ਼ਨ ਹੈ ਉਹ ਤਾਂ ਬਾਇਰ ਜਿਹੜੀ ਪ੍ਰਾਈਸ ਪੇ ਕਰ ਰਿਹਾ ਉਹਦੇ ਵਿੱਚੋਂ ਹੀ ਪੇ ਹੋਣਾ ਹੈ। ਸੈਲਰ ਨੂੰ ਇਹ ਫਾਇਦਾ ਹੋ ਜਾਂਦਾ ਕਿ ਉਹਦੀ ਥੋੜੀ ਜਿਹੀ ਬਚਤ ਹੋ ਜਾਂਦੀ ਹੈ, ਏਜੰਟ ਨੂੰ ਥੋੜਾ ਜਿਹਾ ਵੱਧ ਕਮਿਸ਼ਨ ਮਿਲ ਜਾਂਦਾ ਹੈ। ਸੋ ਇਹ ਚੀਜ਼ਾਂ ਵੀ ਇਸ ਫਾਰਮ ਦੇ ਵਿੱਚ ਐਡਰੈਸ ਕੀਤੀਆਂ ਜਾ ਸਕਦੀਆਂ। ਠੀਕ ਹੈ ਜੀ। ਸੋ ਜਿਵੇਂ ਤੁਸੀਂ ਇਹਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਹੈ ਸਰ, ਜੇਕਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਦੋਵਾਂ ਦਾ ਜੇਕਰ ਇੱਕ ਹੁੰਦਾ ਹੈ ਤਾਂ ਦੋਵਾਂ ਨੂੰ ਫਾਇਦਾ ਹੋ ਸਕਦਾ ਆ, ਪਰ ਆਮ ਤੌਰ ਦੇ ਉੱਤੇ ਜੇ ਇੱਕ ਬਾਇਰ ਜਿਹੜਾ ਘਰ ਖਰੀਦ ਰਿਹਾ ਵਾ, ਕਿੰਨਾ ਕੁ ਜ਼ਰੂਰੀ ਹੈ ਕਿ ਉਹਦੀ ਰਿਪਰੈਜ਼ੈਂਟੇਸ਼ਨ ਵੱਲ ਵੀ ਪੂਰਾ ਧਿਆਨ ਦਿੱਤਾ ਜਾਵੇ? ਬਿਲਕੁਲ ਜੀ। ਦੇਖੋ ਪ੍ਰਾਈਸ ਜਿਹੜੀ ਹੈ ਪ੍ਰਾਪਰਟੀ ਦੀ ਮਾਰਕੀਟ ਤਾਂ ਡਿਸਾਈਡ ਕਰਦੀ ਹੈ, ਬਾਇਰ ਔਰ ਸੈਲਰ ਵੀ ਕਾਫੀ ਹੱਦ ਤੱਕ ਜਿਹੜੇ ਨੇ ਉਸ ਨੂੰ ਕੰਟਰੋਲ ਕਰਦੇ ਨੇ। ਜੇ ਸੈਲਰ ਐਡਮੈਂਟ ਹੈ ਕਿ ਮੈਂ ਆਪਣੀ ਜਿਹੜੀ ਪ੍ਰਾਪਰਟੀ ਹੈ ਉਹ 1.2 ਤੋਂ ਥੱਲੇ ਨਹੀਂ ਦੇਣੀ, ਤਾਂ ਬਾਇਰ ਉਹਨੂੰ ਜ਼ਬਰਦਸਤੀ ਨਹੀਂ ਲੈ ਸਕਦਾ। ਠੀਕ ਹੈ। ਇਹ ਇੱਕ ਨੈਗੋਸ਼ੀਏਸ਼ਨ ਪ੍ਰੋਸੈਸ ਹੈ। ਜੇ ਸੈਲਰ ਨੂੰ ਲੱਗਦਾ ਹੈ ਕਿ ਚਲੋ ਵਿਦ ਇਨ ਰੀਜ਼ਨ ਮੇਰੀ ਪ੍ਰਾਪਰਟੀ ਵਿਕ ਰਹੀ ਹੈ, ਬਾਕੀ ਸਭ ਕੁਝ ਠੀਕ ਹੈ, ਜੇ ਮੈਨੂੰ ਥੋੜੀ ਜਿਹੀ ਪ੍ਰਾਈਸ ਘੱਟ ਵੀ ਮਿਲ ਰਹੀ ਹੈ ਤਾਂ ਉਹ ਅਕਮੋਡੇਟ ਕਰ ਜਾਂਦਾ। ਸੇਮ ਥਿੰਗ ਜਿਹੜਾ ਹੈ ਮਤਲਬ ਇਹ ਸੈਲਰ ਵੱਲੋਂ ਸੀ, ਸੇਮ ਥਿੰਗ ਬਾਇਰ ਵੱਲੋਂ ਹੈ ਕਿ ਜੇ ਬਾਇਰ ਨੂੰ ਇਹ ਲੱਗਦਾ ਹੈ ਕਿ ਇਹ ਲੋਕੇਸ਼ਨ ਮੇਰੇ ਵਾਸਤੇ ਵਧੀਆ ਕਿਉਂਕਿ ਮੇਰੇ ਬੱਚਿਆਂ ਦਾ ਸਕੂਲ ਡਿਸਟ੍ਰਿਕਟ ਇਸ ਪ੍ਰਾਪਰਟੀ ਨੂੰ ਕੇਟਰ ਕਰਦਾ ਹੈਗਾ, ਸੋ ਉਹ ਥੋੜੇ ਜੇ ਵੱਧ ਵੀ ਪੈਸੇ ਕਈ ਵਾਰੀ ਪੇ ਐਕਸੈਸ ਜਦੋਂ ਉਹਨਾਂ ਨੂੰ ਦਿਖਦਾ ਹੈ ਤਾਂ ਉਹ ਥੋੜਾ ਜਿਹਾ ਉਸ ਚੀਜ਼ ਲਈ ਥੋੜਾ ਜਿਹਾ ਉੱਪਰ ਆਪਣਾ ਕਰ ਸਕਦੇ ਬਜਟ। ਕਿਉਂਕਿ ਦੋ ਤਿੰਨ ਚੀਜ਼ਾਂ ਜਿਨ੍ਹਾਂ ਤੇ ਤੁਸੀਂ ਕੰਪਰੋਮਾਈਜ਼ ਕਰਦੇ ਹੋ, ਜਾਂ ਤਾਂ ਤੁਸੀਂ ਪ੍ਰਾਈਸ ਤੇ ਕੰਪਰੋਮਾਈਜ਼ ਕਰੋਗੇ, ਜਾਂ ਲੋਕੇਸ਼ਨ ਤੇ ਕੰਪਰੋਮਾਈਜ਼ ਕਰੋਗੇ, ਜਾਂ ਘਰ ਦੀ ਜਿਹੜੀ ਓਵਰਆਲ ਕੰਡੀਸ਼ਨ ਆ ਉਹਦੇ ਤੇ ਕੰਪਰੋਮਾਈਜ਼ ਕਰੋਗੇ ਜੀ। ਤੇ ਸਰ ਹੁਣ ਸਮਾਂ ਸਾਡਾ ਲਗਭਗ ਅੱਗੇ ਇਜਾਜ਼ਤ ਲੈਣ ਨੂੰ ਵੱਧ ਰਿਹਾ ਵਾ। ਅੱਜ ਅਸੀਂ ਕਾਫੀ ਡਿਟੇਲ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ, ਸੋ ਕੋਸ਼ਿਸ਼ ਕੀਤੀ ਕਿ ਤੁਹਾਡੀ ਜਾਣਕਾਰੀ ਵਿੱਚ ਵਾਧਾ ਕੀਤਾ ਜਾ ਸਕੇ। ਦਰਸ਼ਕ ਜਿਹੜੇ ਅਖੀਰ ਤੁਹਾਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਕੀ ਕਹਿਣਾ ਚਾਹੋਗੇ? ਜਿਵੇਂ ਮੈਂ ਪਹਿਲਾਂ ਵੀ ਕਿਹਾ ਜੀ ਕਿ ਬੜਾ ਕੁਛ ਹੈ ਜਿਹੜਾ ਤੁਸੀਂ ਆਪ ਕਰ ਸਕਦੇ ਹੋ। ਫਰਕ ਕਿੱਥੇ ਆਉਂਦਾ ਹੈ ਜੀ? ਐਕਸਪੀਰੀਅੰਸ ਦਾ। ਤੁਸੀਂ ਜੇ ਕੋਈ ਜੌਬ ਕਰਦੇ ਹੋ ਉਹਦੇ ਚ ਤੁਸੀਂ ਨਿਪੁੰਨ ਹੋ, ਇਹ ਸਾਡੀ ਜੌਬ ਹੈ। ਸੋ ਪ੍ਰੋਫੈਸ਼ਨਲਸ ਦੀਆਂ ਸੇਵਾਵਾਂ ਲੈਣ ਦਾ ਨੁਕਸਾਨ ਕੋਈ ਨਹੀਂ, ਫਾਇਦੇ ਜ਼ਿਆਦਾ ਨੇ। ਸੋ ਜਰੂਰ ਪ੍ਰੋਫੈਸ਼ਨਲਸ ਦੀਆਂ ਸੇਵਾਵਾਂ ਲਿਆ ਕਰੋ, ਚਾਹੇ ਉਹ ਕਿਸੇ ਵੀ ਫੀਲਡ ਦੇ ਵਿੱਚ ਆ।
ਸਾਡੇ ਨਾਲ ਜੇ ਤੁਸੀਂ ਕੋਈ ਗੱਲਬਾਤ ਕਰਨੀ ਹੈ ਤੁਸੀਂ ਸਾਡੇ ਆਫਿਸ ਦੇ ਵਿੱਚ ਕਾਲ ਕਰ ਸਕਦੇ ਹੋ 4169108923 ਜਾਂ 268 ਡੈਰੀ ਰੋਡ ਵੈਸਟ ਇਨ ਮਿਸਿਸਾਗਾ ਡੈਰੀ ਔਰ ਮੈਕਲਾਗਲਨ ਦੇ ਇੰਟਰਸੈਕਸ਼ਨ ਤੇ ਮੈਰੀਅਟ ਹੋਟਲ ਦੇ ਨਾਲ ਸਾਡਾ ਆਫਿਸ ਹੈ। ਤੁਸੀਂ ਕਿਸੇ ਵੇਲੇ ਵੀ ਆਫਿਸ ਵਿੱਚ ਆ ਕੇ ਵੀ ਸਾਡੇ ਨਾਲ ਮੁਲਾਕਾਤ ਕਰ ਸਕਦੇ ਹੋ, ਅਪਾਇੰਟਮੈਂਟ ਸੈੱਟ ਕਰ ਸਕਦੇ ਹੋ। ਤੁਹਾਨੂੰ ਭਰਪੂਰ ਜਾਣਕਾਰੀ ਦੇਵਾਂਗੇ। ਜੇ ਹੋਰ ਨਹੀਂ ਕੁਝ ਤਾਂ ਤੁਸੀਂ ਡੈਫੀਨੇਟਲੀ ਜ਼ਿਆਦਾ ਤੋਂ ਜ਼ਿਆਦਾ ਨੌਲੇਜ ਲੈ ਕੇ ਸਾਡੇ ਕੋਲੋਂ ਜਾਓਗੇ। ਇਹੀ ਮੇਰੀ ਤਾਕੀਦ ਹੈ ਔਰ ਇਹੀ ਮੇਰੀ ਅਪੀਲ ਹੈ ਜੀ। ਥੈਂਕ ਯੂ ਸੋ ਮਚ ਸਰ ਸਾਡੇ ਪ੍ਰੋਗਰਾਮ 'ਚ ਆਉਣ ਲਈ ਤੇ ਜਾਣਕਾਰੀ ਸਾਂਝੀ ਕਰਨ ਦੇ ਲਈ। ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਇਹ ਸੀ ਸਾਡਾ ਪ੍ਰੋਗਰਾਮ ਓਪਨ ਹਾਊਸ ਵਿਦ ਟੀਮ ਅਰੋੜਾ ਦੇ ਨਾਲ। ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਘਰ ਖਰੀਦਦੇ ਹਾਂ ਸਾਡੀ ਬਹੁਤ ਵੱਡੀ ਇਨਵੈਸਟਮੈਂਟ ਉਹਦੇ ਵਿੱਚ ਜਾਂਦੀ ਆ। ਸੋ ਬਹੁਤ ਸੋਚ ਸਮਝ ਕੇ ਆਪਣੇ ਪ੍ਰੋਫੈਸ਼ਨਲ ਨੂੰ ਜਿਹੜਾ ਹੈ ਉਹ ਹਾਇਰ ਕਰੋ। ਸੋ ਤੁਸੀਂ ਟੀਮ ਅਰੋੜਾ ਦੀਆਂ ਤੁਸੀਂ ਸਰਵਿਸਿਜ਼ ਲੈਣਾ ਚਾਹੁੰਦੇ ਹੋ, ਡਿਸਕਸ ਕਰਨਾ ਚਾਹੁੰਦੇ ਹੋ ਰੀਅਲ ਸਟੇਟ ਦੇ ਬਾਰੇ ਵਿੱਚ, ਜਾਂ ਕੋਈ ਤੁਹਾਡੀ ਕੁਆਰੀਜ਼ ਹੈਗੀਆਂ ਨੇ ਪੁੱਛਣਾ ਚਾਹੁੰਦੇ ਹੋ, ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।